हरि गोबिंद शुभ मत प्रकाशक। श्री हरि राय नमो कर जोरी, नमो कर जोरी। श्री हरि कृष्ण नाम बहोरी। तेग बहादुर परम कृपाला जी, परम कृपाला। श्री गुरु गोबिंद सिंह विसाला। तारों तारा पर पुन पुन सीसा, वाहिगुरु पुन पुन सीसा। बंदों बार बार जगदीश, एक ओंकार सतगुरु ते प्रसाद सच होए। वाहिगुरु जी की फतेह है, विघ्न विनाशन सोए। जिसमें अमृत ज्ञान है, मानक भगत राग। गुरु ग्रंथ साहिब उदद, बंदों कर अनुराग। कहाँ बुद्ध प्रभ तुच्छ हमारी, वर्ण सकै महिमा जो तिहारी। हम ना सकत कर सिफत तुम्हारी, आप हो तुम कथा सुधारी। हम ना सकत कर सिफत तुम्हारी, आप हो तुम कथा सुधारी। सतनाम श्री वाहिगुरु साहिब जी। दोहरा तीर मल पाती लिखी, करी तारीफ उदार। सब उपमा के उचित हो, सुन सुत बर खुरदार। वाहिगुरू जी का खालसा, वाहिगुरू जी की फतेह। परम सन्मान जो गुरु की साजी नवाजी हुई। गुरु खालसा साध संगत जीओ, आप जी ने संध्या के दीवाना विच गुरु महाराज के चरणों 'ਚ हाजरियां भरियां ਹਨ। ਸੋਦਾ ਰਹਿ ਰਾਜ ਸਾਹਿਬ ਜੀ ਦੇ ਪਾਠ ਉਪਰੰਤ ਆਰਤੀ ਦੇ ਕੀਰਤਨ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਪਾਸੋਂ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ, ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਆਪਾਂ 1 ਮਈ ਨੂੰ ਮਨਾ ਰਹੇ ਹਾਂ। ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਲੜੀਵਾਰ ਚੱਲ ਰਹੀ ਹੈ। ਜਦੋਂ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਵਸਾਇਆ, ਗੁਰੂ ਕੀ ਮਹਿਮਾ ਸਾਰੇ ਪਾਸੇ ਪਸਰ ਗਈ। ਲੱਖਾਂ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਣ ਲੱਗ ਪਈਆਂ। ਜੋ ਪਖੰਡੀ 22 ਮੰਜੀਆਂ ਲਾ ਕੇ ਆਪਣੀ ਦੁਕਾਨਦਾਰੀ ਚਲਾ ਰਹੇ ਸਨ, ਉਹ ਛਿਪ ਗਏ। ਤਾਰੇ ਛਪੇ, ਹਨੇਰ ਪਲੋਆ। ਜਿਵੇਂ ਸੂਰਜ ਦੇ ਚੜ੍ਹਨ ਨਾਲ ਤਾਰੇ ਲੁਕ ਜਾਂਦੇ ਨਾ, ਜਿੰਨਾ ਚਿਰ ਸੂਰਜ ਨਹੀਂ ਹੁੰਦਾ ਉਹਨਾਂ ਚਿਰ ਟਿਮਟਿਮਾਉਂਦੇ ਨੇ, ਜਦੋਂ ਸੂਰਜ ਆਉਂਦਾ ਉਦੋਂ ਅਲੋਪ ਹੋ ਜਾਂਦੇ ਨੇ। ਸਤਿਗੁਰਾਂ ਦੇ ਪ੍ਰਕਾਸ਼ ਦੇ ਸਾਹਮਣੇ ਉਹਨਾਂ ਸਾਰਿਆਂ ਹੀ ਪਖੰਡੀਆਂ ਦਾ ਪਰਦਾ ਫਾਸ ਹੋ ਗਿਆ। ਖਾਸ ਕਰਕੇ ਬਾਬਾ ਧੀਰਮਲ ਨੂੰ ਬੜੀ ਚਿੰਤਾ ਦਿਨ ਰਾਤ ਵਿਆਪਦੀ ਰਹੀ। ਉਸਨੇ ਆਪਣੇ ਮਸੰਦ ਸੀਏ ਨੂੰ ਪੁੱਛਿਆ ਵੀ ਸੀਏ ਇਸ ਮਸਲੇ ਦਾ ਕੀ ਹੱਲ ਹੋ ਸਕਦਾ ਹੈ। ਤੇ ਸੀਏ ਨੇ ਆਖਿਆ, ਬਾਬਾ ਜੀ ਮੇਰਾ ਕਹਿਣਾ ਮੰਨੋ ਤੇ ਆਪਣੇ ਭਤੀਜੇ ਰਾਮ ਰਾਏ ਨਾਲ ਸਾਂਝ ਪਾ ਲਓ। ਰਾਮ ਰਾਏ ਇਸ ਵੇਲੇ ਦਿੱਲੀ ਬੈਠਾ, ਔਰੰਗਜ਼ੇਬ ਦੇ ਕੋਲ, ਉਹਦੀ ਉੱਥੇ ਬੜੀ ਚਲਦੀ ਹੈ। ਜੇ ਤੁਸੀਂ ਉਹਨੂੰ ਉੱਥੋਂ ਪਿਆਰ ਦੇ ਨਾਲ ਵਰਗਲਾ ਕੇ ਆਪਣੇ ਨਾਲ ਜੋੜੋਗੇ ਤੇ ਤੁਹਾਡੀ ਤਾਏ ਦੀ ਤੇ ਭਤੀਜੇ ਦੀ ਚੜ੍ਹਦੀ ਕਲਾ ਹੋ ਸਕਦੀ ਹੈ। ਤਾਂ ਬਾਬੇ ਧੀਰਮਲ ਨੇ ਆਪਣੇ ਮਸੰਦ ਸਿੰਘੇ ਦੇ ਆਖੇ ਲਾ ਕੇ ਆਪਣੇ ਭਤੀਜੇ ਰਾਮ ਰਾਏ ਨੂੰ ਚਿੱਠੀ ਲਿਖੀ ਹੈ। ਉਹ ਕਥਾ ਆਪਾਂ ਪ੍ਰੇਮ ਨਾਲ ਸਰਵਣ ਕਰੀਏ। ਗਰੀਬ ਨਵਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਸੀਸ ਝੁਕਾਈਏ ਤੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੀਰ ਮਲ ਪਾਤੀ ਲਿਖੀ, ਧੀਰ ਮਲ ਨੇ ਚਿੱਠੀ ਲਿਖੀ ਹੈ। ਕਰੀ ਤਾਰੀਫ ਉਦਾਰ, ਬਾਬੇ ਰਾਮ ਰਾਏ ਦੀ ਬਹੁਤ ਤਾਰੀਫ ਕੀਤੀ ਹੈ। ਕਰਤਾਰਪੁਰ ਸਾਹਿਬ ਜਲੰਧਰ ਤੋਂ ਇਹ ਚਿੱਠੀ ਬਾਬਾ ਧੀਰ ਮਲ ਜੀ ਲਿਖ ਰਹੇ ਹਨ। ਸਭ ਉਪਮਾ ਕੇ ਉਚਿਤ ਹੋ, ਆਪਣੇ ਭਤੀਜੇ ਨੂੰ ਲਿਖਦੇ ਹਨ ਕਿ ਹੇ ਰਾਮ ਰਾਏ ਪੁੱਤਰ, ਤੁਸੀਂ ਹਰ ਤਰ੍ਹਾਂ ਨਾਲ ਉਪਮਾ ਯੋਗ ਹੋ। ਤੁਹਾਡੀਆਂ ਬਹੁਤ ਵੱਡੀਆਂ ਵਡਿਆਈਆਂ ਹਨ। ਸਾਰੀਆਂ ਪਾਵਰਾਂ ਸ਼ਕਤੀਆਂ ਤੁਹਾਨੂੰ ਮਿਲੀਆਂ ਹਨ। ਸੁਨ ਸੁਤ ਬਰਖੁਰਦਾਰ, ਇਹ ਪੁੱਤਰ ਹੈ ਬਰਖੁਰਦਾਰ, ਕਿਉਂਕਿ ਸਕਾ ਭਤੀਜਾ ਸੀ ਨਾ ਬਾਬਾ ਰਾਮ ਰਾਏ। ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ। ਵੱਡਾ ਬਾਬਾ ਧੀਰਮਲ ਸੀ, ਛੋਟੇ ਸਤਿਗੁਰੂ ਹਰਿਰਾਏ ਸਾਹਿਬ ਜੀ ਸਨ। ਤੇ ਗੁਰੂ ਹਰਿਰਾਏ ਸਾਹਿਬ ਦੇ ਕੋਲ ਦੋ ਪੁੱਤਰ ਸਨ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਵੱਡੇ ਬਾਬਾ ਰਾਮ ਰਾਏ ਜੀ। ਬਾਬਾ ਰਾਮ ਰਾਏ ਜੀ ਕਿਉਂਕਿ ਜਦੋਂ ਬਾਣੀ ਦੀ ਤੁਕ ਉਲਟਾ ਦਿੱਤੀ ਸੀ ਤੇ ਗੁਰੂ ਸਾਹਿਬ ਜੀ ਨੇ ਗੁਰੂ ਘਰ ਤੋਂ ਬੇਦਖਲ ਕਰ ਦਿੱਤੇ ਸਨ। ਉੱਥੇ ਬਾਬਾ ਰਾਮ ਰਾਏ ਜੀ ਆਪਣੀਆਂ ਕਰਾਮਾਤਾਂ ਸ਼ਕਤੀਆਂ ਨਾਲ ਬੜੇ ਪ੍ਰਸਿੱਧ ਸਨ ਤੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਬਹੁਤ ਮਾਣ ਪਾ ਰਹੇ ਸਨ। ਔਰੰਗਜ਼ੇਬ ਉਹਨਾਂ ਦੇ ਕਹੇ ਤੇ ਸਾਰੇ ਕੰਮ ਕਰਦਾ ਸੀ। ਸੋ ਧੀਰਮਲ ਲਿਖ ਰਿਹਾ, ਪੁੱਤਰ ਰਾਮ ਰਾਏ ਤੂੰ ਹਰ ਤਰ੍ਹਾਂ ਨਾਲ ਯੋਗ ਹੈ। ਚੌਪਈ ਮੋਹੇ ਅਨੁਜ ਸ੍ਰੀ ਗੁਰ ਹਰਿ ਰਾਏ, ਇਹ ਪੁੱਤਰ ਮੇਰੇ ਛੋਟੇ ਵੀਰ, ਛੋਟੇ ਭਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ, ਤੇਹ ਜੇਸ਼ਟ ਸੁਤ ਗੁਣ ਸਮੁਦਾਏ। ਤੁਸੀਂ ਉਹਨਾਂ ਦੇ ਵੱਡੇ ਪੁੱਤਰ ਹੋ ਤੇ ਸਾਰੇ ਗੁਣ ਤੁਹਾਨੂੰ ਮੇਰੇ ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਦਿੱਤੇ ਹਨ। ਤੁਰ ਕੇਸ਼ਵਰ ਕੋ ਬਸ ਕਰ ਲੀਨਾ, ਔਰ ਤੁਸੀਂ ਆਪਣੀ ਲਿਆਕਤ ਨਾਲ, ਵੈਸੇ ਤਾਂ ਇਹ ਬਖਸ਼ਿਸ਼ਾਂ ਤਾਂ ਗੁਰੂ ਦੀਆਂ ਸਨ, ਜਿਹੜੀਆਂ ਕਰਾਮਾਤਾਂ ਬਾਬਾ ਰਾਮ ਰਾਏ ਜੀ ਨੇ ਦਿੱਲੀ 'ਚ ਦਿਖਾਈਆਂ ਉਹਦੀਆਂ ਆਪਣੀਆਂ ਨਹੀਂ ਸਨ। ਗੁਰੂ ਹਰਿਰਾਏ ਸਾਹਿਬ ਨੇ ਕਿਹਾ ਸੀ, ਪੁੱਤਰ ਜੋ ਤੂੰ ਕਹੇਗਾ ਹੋ ਜਾਏਗਾ, ਪਰ ਇਹ ਖਿਆਲ ਰੱਖੀ ਵੀ ਬਿਨਾਂ ਲੋੜ ਦੇ ਕਰਾਮਾਤ ਨਾ ਵਿਖਾਈ, ਜਿੰਨੀ ਲੋੜ ਆ ਉਨੀ। ਤੇ ਬਾਬਾ ਜੀ ਨੇ ਤਾਂ ਜਾਦੂਗਰਾਂ ਦੀ ਤਰ੍ਹਾਂ ਰੋਜ਼ ਹੀ ਉੱਥੇ ਤਮਾਸ਼ਾ ਲਾ ਲਿਆ। ਇਸ ਗੱਲ ਦੀ ਵੀ ਗੁਰੂ ਸਾਹਿਬ ਨੇ ਨਾਰਾਜ਼ਗੀ ਕੀਤੀ ਵੀ ਇਹ ਜਿਹੜਾ ਖਜ਼ਾਨਾ ਐਵੇਂ ਨਹੀਂ ਲੁਟਾਈਦਾ ਹੁੰਦਾ। ਤੇ ਦੂਜਾ ਫਿਰ ਬਾਣੀ ਦੀ ਤੁਕ ਵੀ ਉਲਟਾ ਦਿੱਤੀ। ਸੋ ਉਹ ਬਾਬਾ ਰਾਮ ਰਾਏ ਸਮਝਦਾ ਸੀ ਜਾਂ ਧੀਰਮਲ ਵਰਗੇ ਸਮਝਦੇ ਸੀ ਵੀ ਰਾਮ ਰਾਏ ਨੇ ਆਪਣੀ ਲਿਆਕਤ ਨਾਲ, ਆਪਣੀ ਸਿਆਣਪ ਨਾਲ ਔਰੰਗਜ਼ੇਬ ਨੂੰ ਵੱਸ ਕਰ ਲਿਆ। ਸੋ ਪੁੱਤਰ ਤੂੰ ਆਪਣੀ ਸਿਆਣਪ ਨਾਲ ਔਰੰਗਜ਼ੇਬ ਨੂੰ ਕਾਬੂ ਕੀਤਾ ਹੋਇਆ ਹੈ। ਜਗ ਮਹਿ ਬਿਦਤਿਓ ਅਜ਼ਮਤ ਪੀਨਾ, ਤੇਰੀ ਕਰਾਮਾਤ, ਤੇਰੀ ਸ਼ਕਤੀ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋ ਚੁੱਕੀ ਹੈ। ਤੋ ਸਮ ਅਪਰ ਨਹੀਂ ਜਗ ਕੋਈ, ਇਹ ਪੁੱਤਰ ਰਾਮ ਰਾਏ ਤੇਰੇ ਬਰਾਬਰ ਦਾ ਹੁਣ ਇਸ ਵੇਲੇ ਹਿੰਦੁਸਤਾਨ ਵਿੱਚ ਕੋਈ ਮਹਾਂਪੁਰਸ਼ ਨਹੀਂ ਹੈ। ਇਤੀ ਸ਼ਕਤ ਕਿਤ ਪਈਤ ਸੋਈ, ਇੰਨੀ ਸ਼ਕਤੀ, ਇੰਨੀ ਪਾਵਰ ਹੋਰ ਕਿਸੇ ਵਿੱਚ ਹੋ ਨਹੀਂ ਸਕਦੀ। ਤੁਵ ਪਿਤ ਜੈਸੇ ਅਨੁਜ ਹਮਾਰਾ, ਤੇਰਾ ਪਿਤਾ ਮੇਰਾ ਛੋਟਾ ਭਰਾ ਸੀ ਸ੍ਰੀ ਗੁਰੂ ਹਰਿ ਰਾਏ ਸਾਹਿਬ। ਤਿਨ ਹੀ ਸਮ ਮੈਂ ਤੋਹੇ ਨਿਹਾਰਾ, ਜਿਵੇਂ ਮੈਂ ਆਪਣੇ ਭਰਾ ਨੂੰ ਆਪਣਾ ਭਾਈ ਸਮਝਦਾ ਸੀ। ਹਾਲਾਂਕਿ ਬਾਬਾ ਧੀਰਮਲ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਬਹੁਤਾ ਚੰਗਾ ਨਹੀਂ ਸੀ ਸਮਝਦਾ। ਕਿਉਂਕਿ ਗੱਦੀ ਧੀਰਮਲ ਲੈਣੀ ਚਾਹੁੰਦਾ ਸੀ, ਮਿਲ ਕੇ ਗੁਰੂ ਹਰਿ ਰਾਏ ਸਾਹਿਬ ਨੂੰ। ਪਰ ਗੁਰੂ ਹਰਿ ਰਾਏ ਸਾਹਿਬ ਦੇ ਮਾਤਾ ਜੀ ਤੇ ਬਾਬਾ ਧੀਰਮਲ ਦੇ ਮਾਤਾ ਜੀ ਇੱਕੋ ਹੀ ਸਨ, ਮਾਤਾ ਨੱਤੀ ਜੀ। ਕਈਆਂ ਨੇ ਨਿਹਾਲ ਕੌਰ ਲਿਖਿਆ, ਪਰ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਦਾ ਨਾਮ ਨੱਤੀ ਲਿਖਿਆ ਹੈ। ਮਾਤਾ ਨੱਤੀ ਜੀ ਜਿਹੜੇ ਸਨ ਉਹ ਕਹਿੰਦੇ ਸਨ ਗੁਰੂ ਹਰਿ ਰਾਏ ਸਾਹਿਬ ਨੂੰ ਵੀ, ਪੁੱਤਰ ਜੀ ਆਪਾਂ ਕਰਤਾਰਪੁਰ ਵੀ ਚੱਲਿਆ ਕਰੀਏ। ਸਾਲ 2 ਸਾਲ ਪਿੱਛੋਂ ਗੁਰੂ ਹਰਿ ਰਾਏ ਸਾਹਿਬ ਧੀਰਮਲ ਕੋਲ ਜਾਂਦੇ ਸਨ, ਉੱਥੇ ਕਰਤਾਰਪੁਰ ਰਹਿੰਦੇ ਸਨ। ਉੱਥੇ ਉਦੋਂ ਮਹਾਰਾਜ ਦਾ ਸਵਾਗਤ ਕਰਿਆ ਕਰਦਾ ਸੀ, ਸਤਿਕਾਰ ਕਰਿਆ ਕਰਦਾ ਸੀ। ਸੋ ਮਹਾਰਾਜ ਦੇ ਨਾਲ ਬਹੁਤੀ ਵਿਗਾੜ ਵੀ ਨਹੀਂ ਬਣੀ ਇਹਦੀ ਧੀਰਮਲ ਦੀ ਗੁਰੂ ਹਰਿ ਰਾਏ ਸਾਹਿਬ ਨਾਲ, ਤੇ ਅੰਦਰੋਂ ਕਹਿ ਲਈਏ ਵੀ ਬਹੁਤਾ ਪਿਆਰ ਵੀ ਨਹੀਂ। ਪਰ ਹੁਣ ਉਹ ਕਹਿ ਰਿਹਾ ਹੈ ਕਿ ਤੇਰੇ ਪਿਤਾ ਨਾਲ ਮੇਰਾ ਬਹੁਤ ਪਿਆਰ ਸੀ। ਗੁਰਤਾ ਵਸਤ ਹਮਾਰ ਤੁਮਾਰੀ, ਇਹ ਜਿਹੜੀ ਗੁਰਿਆਈ ਹੈ ਇਹ ਆਪਣੇ ਵੱਡਿਆਂ ਦੀ ਹੈ। ਮੇਰੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇਰੇ ਪਿਤਾ ਨੂੰ ਗੱਦੀ ਦਿੱਤੀ ਸੀ,
ਅੱਗੇ ਤੇਰੇ ਛੋਟੇ ਭਾਈ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਗਈ ਸੀ, ਹੁਣ ਆਪਣੇ ਘਰ ਦੀ ਚੀਜ਼ ਤੀਜੇ ਘਰ ਜਾ ਰਹੀ ਹੈ। ਇਹ ਵਸਤੂ ਜਾਂ ਤੇਰੀ ਹੈ ਜਾਂ ਮੇਰੀ ਹੈ। ਸਭ ਕਾਰਨ ਤੇ ਲਖ ਅਧਿਕਾਰੀ, ਹਰ ਤਰ੍ਹਾਂ ਨਾਲ ਪੁੱਤਰ ਆਪਾਂ ਇਹਦੇ ਹੱਕਦਾਰ ਹਾਂ। ਤੇਗ ਬਹਾਦਰ ਦੂਰ ਬਡੇਰੀ, ਤੂੰ ਤੇਗ ਬਹਾਦਰ ਜੀ ਹੋਰੀ ਜਿਹੜੇ ਸਾਡੇ ਚਾਚਾ ਜੀ ਹਨ ਉਹ ਬੜੀ ਦੂਰ ਆ, ਉਹਨਾਂ ਦਾ ਹੱਕ ਨਹੀਂ ਬਣਦਾ, ਕਿਉਂਕਿ ਗੱਦੀ 6ਵੇਂ ਪਾਤਸ਼ਾਹ ਸਾਡੇ ਪਰਿਵਾਰ 'ਚ ਦੇ ਗਏ ਤੇ ਉਹ ਤਾਂ ਉਦੋਂ ਕੋਈ ਜਾਣ ਪਛਾਣ ਹੀ ਨਹੀਂ ਸੀ, ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਸੀ। ਉਹਨਾਂ ਨੂੰ ਹੁਣ ਕਿਵੇਂ ਹੱਕ ਮਿਲ ਗਿਆ ਗੱਦੀ ਲੈਣ ਦਾ? ਉਹ ਕਿਵੇਂ ਗੁਰੂ ਬਣ ਸਕਦੇ ਹਨ? ਕਿਮ ਗੁਰ ਬਨ ਬੈਠਿਓ ਇਸ ਬੇਰੀ, ਇਹ ਉਹ ਕਿਵੇਂ ਗੁਰੂ ਬਣ ਕੇ ਬਹਿ ਗਏ ਨੇ? ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਦਾ ਕੀ ਹੱਕ ਹੈ। ਚਿਤ ਮਹਿ ਕਿਉਂ ਨਾ ਚਿੰਤ ਕੋ ਠਾਨੈ, ਇਹ ਪੁੱਤਰ ਰਾਮ ਰਾਏ ਆਪਾਂ ਨੂੰ ਚਿੰਤਾ ਹੋਣੀ ਚਾਹੀਦੀ। ਆਪਣੀ ਚੀਜ਼ ਬਗਾਨੇ ਘਰ ਜਾ ਰਹੀ ਹੈ, ਆਪਾਂ ਕਿਉਂ ਨਾ ਫਿਕਰ ਕਰੀਏ। ਮਹਿ ਮਹਿ ਮਹਿਮਾ ਮਹਤੀ ਹਾਨ, ਆਪਣੀ ਬੜੀ ਬੇਇੱਜ਼ਤੀ ਹੋ ਰਹੀ ਹੈ ਦੁਨੀਆ ਵਿੱਚ। ਲੋਕ ਆਪਾਂ ਨੂੰ ਛੱਡ ਕੇ ਮੱਥਾ ਟੇਕ ਰਹੇ ਨੇ ਗੁਰੂ ਤੇਗ ਬਹਾਦਰ ਨੂੰ। ਜਾ ਕੇ ਆਨੰਦਪੁਰ ਸਾਹਿਬ ਦੇ ਵਿੱਚ ਮੇਰੇ ਬੂਹੇ ਤੋਂ, ਜੀਟੀ ਰੋਡ ਤੋਂ, ਕਰਤਾਰਪੁਰ ਤੋਂ ਸੰਗਤਾਂ ਸ਼ਬਦ ਪੜ੍ਹਦੀਆਂ ਜਾਂਦੀਆਂ ਨੇ, ਮੇਰੇ ਕਾਲਜੇ ਤੇ ਸੱਪ ਲੇਟਦੇ ਨੇ। ਮੈਨੂੰ ਬੜਾ ਦੁੱਖ ਲੱਗਦਾ ਹੈ ਜਦੋਂ ਪੁੱਛੀਦਾ ਸੰਗਤ ਕਿੱਧਰ ਜਾ ਰਹੀ, ਕਹਿੰਦੇ ਗੁਰੂ ਤੇਗ ਬਹਾਦਰ ਕੋਲ। ਮੈਂ ਸੋਚਦਾ ਵੀ ਗੱਦੀ ਦਾ ਹੱਕ ਤੇ ਮੇਰਾ ਹੈ ਜਾਂ ਮੇਰੇ ਭਤੀਜੇ ਰਾਮ ਰਾਏ ਦਾ, ਤੇ ਇਹ ਬਗਾਨਾ ਹੀ ਕਿਵੇਂ ਆ ਕੇ ਵਿੱਚ ਹੱਕਦਾਰ ਬਣ ਗਏ ਨੇ। ਦਰਬ ਹਜ਼ਾਰ ਹੋ ਰੋਜ਼ ਸੰਭਾਰੈ, ਤੇ ਉਹ ਜਿਹੜਾ ਸਾਡਾ ਚਾਚਾ ਮਸਤਾਨਾ ਦਵਾਨਾ ਰਹਿੰਦਾ ਸੀ, ਅੱਜ ਹਜ਼ਾਰਾਂ ਲੱਖਾਂ ਰੁਪਏ ਦਾ ਚੜਾਵਾ ਸਾਂਭ ਰਿਹਾ ਹੈ। ਵੱਡ ਐਸ਼ਵਰਜ ਆਪਨੋ ਉਤਾਰੈ, ਔਰ ਹੁਣ ਸੁਣਿਆ ਇੱਕ ਬੜਾ ਵੱਡਾ ਨਗਰ ਵਸਾ ਰਿਹਾ, ਰਾਜਿਆਂ ਮਹਾਰਾਜਿਆਂ ਵਰਗੀ ਉਹਦੀ ਸ਼ਾਨ ਬਣਦੀ ਜਾ ਰਹੀ ਹੈ। ਸ਼ਾਹੋ ਨਿਕਟ ਬੁਲਵਾਵਨ ਠਾਨੋ, ਇਹ ਪੁੱਤਰ ਤੇਰੀ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਬੜੀ ਪਹੁੰਚ ਹੈ। ਜਿਵੇਂ ਕਿਵੇਂ ਹੋਵੇ, ਇੱਕ ਵਾਰੀ ਗੁਰੂ ਤੇਗ ਬਹਾਦਰ ਨੂੰ ਦਿੱਲੀ ਸੱਦ ਲੈ ਬਾਦਸ਼ਾਹ ਦੀ ਕਚਹਿਰੀ ਵਿੱਚ। ਜਿਉਂ ਕਿਉਂ ਕਰ ਛਤਰ ਤਹਾਨੋ, ਤੇ ਜਿਵੇਂ ਕਿਵੇਂ ਕਰਕੇ ਇਹਨਾਂ ਦਾ ਕੰਮ ਤਮਾਮ ਕਰਾ ਦੇ, ਬੁਲਵਾ ਦੇ, ਭਾਵੇਂ ਜੇਲ੍ਹ 'ਚ ਪਵਾ ਦੇ, ਭਾਵੇਂ ਇਹਨਾਂ ਨੂੰ ਡਰਾ ਦੇ, ਤੇ ਆਪਣਾ ਰਸਤਾ ਸਾਫ਼ ਕਰੀਏ। ਆਪਾਂ ਇਹਨਾਂ ਤੋਂ ਕੀ ਲੈਣਾ? ਗੱਦੀ ਆਪਣੀ, ਹੱਕ ਆਪਣਾ, ਤੇ ਇਹ ਕਿਵੇਂ ਲੈ ਜਾਵੇ? ਕਰੇ ਜਤਨ ਮੈਂ ਸਰਿਓ ਨਾ ਕੋਈ, ਮੈਂ ਬੜੇ ਯਤਨ ਕੀਤੇ ਐ, 2 ਵਾਰੀ ਮੇਰੇ ਬੰਦਿਆਂ ਨੇ ਉਹਦੇ ਤੇ ਗੋਲੀ ਵੀ ਚਲਾਈ ਹੈ, ਪਰ ਉਹ ਬਚ ਗਿਆ ਹੈ। ਮੇਰੇ ਕੋਲੋਂ ਤੇਗ ਬਹਾਦਰ ਨਾ ਮਾਰਿਆ ਗਿਆ ਹੈ ਤੇ ਨਾ ਉਹ ਮੇਰੇ ਰਾਹ ਚੋਂ ਹਟਾਇਆ ਜਾ ਸਕਿਆ ਹੈ। ਬਚਿਓ ਸੰਗਾਰਨ ਸਭ ਤੇ ਸੋਈ, 2 ਵਾਰੀ ਸਾਡੇ ਬੰਦਿਆਂ ਨੇ ਤੇਗ ਬਹਾਦਰ ਤੇ ਗੋਲੀ ਚਲਾਈ ਹੈ, ਪਰ ਉਹ ਬਚ ਗਿਆ ਹੈ, ਮਾਰਿਆ ਨਹੀਂ ਗਿਆ ਸਾਥੋਂ। ਜਾਂ ਤੇ ਸੁਧ ਤੁਵ ਨਿਕਟ ਪਠਾਈ, ਹੁਣ ਪੁੱਤਰ ਸਾਨੂੰ ਤੇਰਾ ਖਿਆਲ ਆਇਆ, ਕਿਉਂਕਿ ਤੂੰ ਹੀ ਹੁਣ ਸਾਡੇ ਟੱਬਰ ਦੇ ਵਿੱਚ ਸਾਡੀ ਇੱਜ਼ਤ ਰੱਖ ਸਕਦਾ। ਤੇਰੀ ਦਿੱਲੀ ਦਰਬਾਰ ਵਿੱਚ ਔਰੰਗਜ਼ੇਬ ਦੀ ਕਚਹਿਰੀ 'ਚ ਪਹੁੰਚ ਹੈ। ਜੇ ਤੇਰੇ ਹੁੰਦਿਆਂ ਤੇਰਾ ਤਾਇਆ ਕਲਪੀ ਜਾਵੇ, ਫਿਰ ਤੇਰਾ ਕੀ ਫਾਇਦਾ? ਸੋ ਪੁੱਤਰ ਮੈਂ ਤੇਰਾ ਹੁਣ ਸਹਾਰਾ ਤੱਕਿਆ ਹੈ। ਬਨ ਆਵੈ ਅਬ ਕਰਨ ਉਪਾਈ, ਇਹ ਪੁੱਤਰ ਰਾਮ ਰਾਏ, ਹੁਣ ਆਪਾਂ ਦੋਹਾਂ ਨੂੰ ਤਾਏ ਭਤੀਜੇ ਨੂੰ ਰਲ ਕੇ ਕੁਝ ਕਰਨਾ ਚਾਹੀਦਾ ਹੈ। ਇਮ ਲਿਖ ਦੂਤ ਪਠਾਵਨ ਕੀਨਾ, ਇਸ ਤਰ੍ਹਾਂ ਸਾਧ ਸੰਗਤ ਜੀ ਬਾਬੇ ਧੀਰ ਮਲ ਨੇ ਚਿੱਠੀ ਲਿਖ ਕੇ ਸੇਵਾਦਾਰ ਦੂਤ ਬੜਾ ਤੇਜ਼ ਤੁਰਨ ਵਾਲਾ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਤੋਂ ਤੋਰ ਦਿੱਤਾ ਹੈ। ਜਾਣਿਓ ਰਿਪ ਹੋਏ ਪ੍ਰਾਨ ਬਹੀਨਾ, ਤੇ ਬੜੀ ਆਸ ਉਮੀਦ ਲਾ ਰਹੀ ਹੈ ਧੀਰ ਮਲ ਨੇ ਵੀ ਇਹ ਮੇਰਾ ਤੀਰ ਨਿਸ਼ਾਨੇ ਵੱਜੇਗਾ। ਜੇ ਰਾਮ ਰਾਏ ਦੇ ਗੱਲ ਸਮਝ ਵਿੱਚ ਆ ਗਈ ਤੇ ਫੇਰ ਗੁਰੂ ਤੇਗ ਬਹਾਦਰ ਬਚ ਨਹੀਂ ਸਕਣਗੇ। ਬਹੁਤ ਮੋਲ ਕੋ ਇੱਕ ਸਿਰ ਪਾਓ, ਤੇ ਬਾਬੇ ਧੀਰ ਮਲ ਨੇ ਆਪਣੇ ਭਤੀਜੇ ਰਾਮ ਰਾਏ ਵਾਸਤੇ ਬਹੁਤ ਮੋਲੀਆਂ ਤੋਹਫੇ ਸਰੋਪੇ ਗੁਰੂ ਘਰ ਵੱਲੋਂ ਜਿਵੇਂ ਦਿੱਤੇ ਜਾਂਦੇ ਆ, ਬੜਾ ਕੀਮਤੀ ਸਰੋਪਾ ਭੇਜਿਆ ਹੈ। ਵਸਤ ਅਜਾਇਬ ਅਪਰ ਪਠਾਓ, ਹੋਰ ਬੜੇ ਸੋਹਣੇ ਸ਼ਸਤਰ, ਮਾਇਆ ਦੇ ਗੱਫੇ ਦੇ ਨਾਲ ਕੋਈ ਘੋੜਾ ਵਗੈਰਾ, ਉਦੋਂ ਇਹ ਭੇਟਾਂ ਹੁੰਦੀਆਂ ਸਨ। ਬਾਬੇ ਧੀਰ ਮਲ ਦਾ ਵੀ ਰਾਜਾ ਵਰਗਾ ਕੰਮ ਸੀ, ਕਿਉਂਕਿ ਸਾਰੀ ਜਿੰਨੀ ਪ੍ਰਾਪਰਟੀ ਗੁਰੂ ਅਰਜਨ ਦੇਵ ਜੀ ਦੀ ਕਰਤਾਰਪੁਰ ਖਰੀਦੀ ਸਾਰੀ ਉਹ ਸਾਂਭ ਬੈਠਾ ਸੀ।
ਸਾਰੀ ਸੰਗਤ ਦੀ ਉਹ ਜਿੰਨੀ ਚੜਾਵਾ ਉੱਥੇ ਚੜ੍ਹਦਾ ਸੀ ਉਹ ਵੀ ਉਹ ਸਾਂਭਦਾ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਬਣਾਏ ਹੋਏ, ਗੁਰੂ ਅਰਜਨ ਦੇਵ ਜੀ ਦੇ ਬਣਾਏ ਮਕਾਨ ਮਹਿਲ ਉਹਦੇ ਕੋਲ ਸਨ। ਸੋ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਹਦੇ ਕੋਲ ਸੀ। ਸੋ ਕੋਈ ਭੁੱਖਾ ਨੰਗਾ ਤਾਂ ਨਹੀਂ ਸੀ ਧੀਰਮਲ, ਬੜਾ ਤਗੜਾ ਖਜ਼ਾਨਾ ਸੀ ਸਾਂਭਿਆ ਹੋਇਆ ਉਹਨੇ। ਤੇ ਉਹਨੇ ਚੰਗੇ ਚੰਗੇ ਕੀਮਤੀ ਤੋਹਫੇ ਜਿਹੜੇ ਹਨ ਆਪਣੇ ਭਤੀਜੇ ਰਾਮ ਰਾਏ ਵੱਲ ਭੇਜੇ ਹਨ। ਦਿੱਲੀ ਮਹਿਲੇ ਕਰ ਸੋ ਗਇਓ। ਉਹ ਤੋਹਫੇ ਲੈ ਕੇ, ਚਿੱਠੀ ਲੈ ਕੇ ਦੂਤ ਦਿੱਲੀ ਨੂੰ ਰਵਾਨਾ ਹੋ ਗਏ। ਰਾਮ ਰਾਏ ਢਿੱਗ ਪਹੁੰਚਤ ਭਇਓ। ਜਿੱਥੇ ਅੱਜ ਕੱਲ ਜਮਨਾ ਦੇ ਕੰਢੇ ਤੇ ਗੁਰਦੁਆਰਾ ਸ੍ਰੀ ਮਜਨੂ ਕਾ ਟਿੱਲਾ ਹੈ, 6ਵੀਂ ਪਾਤਸ਼ਾਹੀ ਦੇ ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਹੈ। ਇੱਥੇ ਬਾਬਾ ਰਾਮ ਰਾਏ ਜੀ ਦੀ ਛਾਉਣੀ ਸੀਗੀ। ਉੱਥੇ ਬਾਬੇ ਰਾਮ ਰਾਏ ਕੋਲ ਜਾ ਪਹੁੰਚੇ ਹਨ। ਬੰਦਨ ਠਾਨ ਦੀਨ ਪੁਨ ਪਾਤੀ। ਜਾ ਕੇ ਮੱਥਾ ਟੇਕਿਆ ਬਾਬੇ ਰਾਮ ਰਾਏ ਦੇ ਚਰਨਾਂ ਵਿੱਚ ਸਿੱਖਾਂ ਨੇ ਤੇ ਬੇਨਤੀ ਕੀਤੀ ਕਿ ਬਾਬਾ ਜੀ ਆਹ ਚਿੱਠੀ ਤੁਹਾਡੇ ਤਾਇਆ ਜੀ ਬਾਬਾ ਧੀਰਮਲ ਜੀ ਨੇ ਭੇਜੀ ਹੈ। ਅਪਰ ਸੁਨਾਏ ਕੁਸ਼ਲ ਬਹੁ ਭਾਂਤੀ। ਤੇ ਕਰਤਾਰਪੁਰ ਸਾਹਿਬ ਦਾ ਹਾਲ ਚਾਲ, ਸੁਖ ਸ਼ਾਂਤ, ਦਾਦੀ ਮਾਂ ਦਾ ਸਾਰਾ ਦੱਸਿਆ ਹੈ। ਰਾਮ ਰਾਏ ਤਬ ਖੋਲਨ ਕੀਨ। ਰਾਮ ਰਾਏ ਨੇ ਆਪਣੇ ਤਾਏ ਦੇ ਹੱਥ ਦੀ ਲਿਖੀ ਚਿੱਠੀ ਖੋਲੀ ਹੈ। ਪਾਠ ਕਰ ਸਭ ਮਤਲਬ ਕੋ ਚੀਨ। ਬਾਬੇ ਰਾਮ ਰਾਏ ਨੇ ਚਿੱਠੀ ਪੜ੍ਹੀ ਹੈ, ਸਾਰਾ ਮਤਲਬ ਬਾਬੇ ਧੀਰਮਲ ਦਾ ਜੋ ਵੀ ਲਿਖਿਆ ਹੋਇਆ ਸੀ ਸਮਝਿਆ ਹੈ। ਧੀਰ ਮਲ ਭਾ ਮੋਹਿ ਅਧੀਨ। ਬੜਾ ਖੁਸ਼ ਹੋਇਆ ਰਾਮ ਰਾਏ, ਕਹਿੰਦਾ ਚਲੋ ਤਾਇਆ ਤੇ ਝੁਕਿਆ ਨਾ ਮੇਰੇ ਅੱਗੇ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਹ ਜਿਹੜੇ ਸਾਧ ਸੰਗਤ ਦੀ ਰਾਜਨੀਤੀ ਲੋਕਾਂ ਦੇ ਸਮਝੌਤੇ ਹੁੰਦੇ ਆ ਨਾ, ਕਈ ਵਾਰੀ ਆਪਣੇ ਸਾਹਮਣੇ ਵੀ ਹੋਇਆ ਵੀ ਕੋਈ ਰਾਜਨੀਤਿਕ ਲੋਕ ਆਪਣੇ ਜਾਨੀ ਦੁਸ਼ਮਣਾਂ ਨਾਲ ਵੀ ਕਈ ਵਾਰੀ ਸਮਝੌਤਾ ਕਰ ਲੈਂਦੇ, ਐਡੀਆਂ ਜੱਫੀਆਂ ਪਾਉਂਦੇ, ਇੰਨੇ ਪਿਆਰ ਨਾਲ ਮਿਲਦੇ, ਲੋਕੀ ਕਹਿੰਦੇ ਕਮਾਲ ਹੋ ਗਈ, ਇਕੱਠੇ ਚਾਹ ਪੀਂਦੇ ਪਏ ਆ, ਇਕੱਠੇ ਪਾਰਟੀਆਂ ਕਰ ਰਹੇ, ਵਿੱਚੋਂ ਨਹੀਂ ਹੁੰਦੇ ਉਹ ਆਪਣਾ ਆਪਣਾ ਮਤਲਬ ਸਿੱਧ ਕਰਨਾ ਹੁੰਦਾ। ਉਹਨੂੰ ਕਹਿੰਦੇ ਆ ਵੀ ਰਾਜਨੀਤਿਕ ਸਮਝੌਤਾ, ਸਿੱਧਾ ਜਿਹਾ ਕਹਿ ਲਓ ਮਤਲਬ ਦਾ ਸਮਝੌਤਾ। ਤੇ ਉਹਦੇ ਵਿੱਚ ਆਪਣੀ ਗੱਲ ਉੱਤੇ ਰੱਖਣੀ ਹੁੰਦੀ ਹੈ, ਉਹਦੇ ਵਿੱਚ ਆਪਣਾ ਸਵਾਰਥ ਹੁੰਦਾ। ਤੇ ਬਾਬਾ ਰਾਮ ਰਾਏ ਨੇ ਨਹੀਂ ਸੋਚਿਆ, ਪਿਆਰ ਨਾਲ ਨਹੀਂ ਸੋਚਿਆ, ਉਹਨੇ ਰਾਜਨੀਤੀ ਨਾਲ ਸੋਚਿਆ। ਕਹਿੰਦੇ ਚਲੋ ਧੀਰਮਲ ਤੇ ਮੇਰੇ ਥੱਲੇ ਆਇਆ ਨਾ ਇੱਕ ਵਾਰੀ, ਹਾਂਜੀ, ਜਾਂ ਤੇ ਕੁਛ ਹਰਖ ਮੈਂ ਲੀਨ। ਇਸ ਕਰਕੇ ਥੋੜਾ ਖੁਸ਼ ਹੋਇਆ ਰਾਮ ਰਾਏ ਵੀ ਚਲੋ ਤਾਏ ਨੂੰ ਮੇਰੀ ਲੋੜ ਪੈ ਹੀ ਗਈ ਹੈ। ਹਾਂਜੀ, ਪੁਨ ਚਿੰਤਾ ਚਿਤ ਬਿਖੈ ਉਪਾਈ। ਕੁਝ ਵਿਚਾਰ ਕੀਤੀ, ਫਿਰ ਮਨ 'ਚ ਚਿੰਤਾ ਵੀ ਹੋਈ, ਕਿਉਂਕਿ ਜਦੋਂ ਕੋਈ ਕੰਮ ਕਰਨਾ ਹੋਵੇ ਉਹਦੇ ਬਾਰੇ ਫਿਰ ਨਵਾਂ ਛੜਯੰਤਰ ਰਚਣਾ ਪੈਂਦਾ, ਦਿਮਾਗ ਦੀਆਂ ਗਰਾਰੀਆਂ ਘੁੰਮਦੀਆਂ। ਫਿਰ ਉਸ ਹਿਸਾਬ ਨਾਲ ਰਾਮ ਰਾਏ ਦੇ ਮਨ 'ਚ ਹੁਣ ਚਿੰਤਾ ਪੈਦਾ ਹੋਈ ਹੈ। ਗਈ ਅਪਰ ਥਲ ਮਹਿ ਵਡਿਆਈ। ਚਿੰਤਾ ਇਹ ਹੋਈ ਹੈ ਵੀ ਸਾਡੇ ਘਰੋਂ ਗੱਲ ਦੂਰ ਚਲੀ ਗਈ ਹੈ। ਵਡਿਆਈ ਜਿਹੜੀ ਸੀ, ਗੁਰਤਾ ਗੱਦੀ ਦੀ ਪੱਗ ਜਿਹੜੀ ਸੀ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਮੇਰੇ ਛੋਟੇ ਭਰਾ ਕੋਲੋਂ, ਗੁਰੂ ਹਰਕ੍ਰਿਸ਼ਨ ਸਾਹਿਬ ਛੋਟੇ ਸਕੇ ਭਰਾ ਸਨ, ਤੇ ਉਹਨਾਂ ਕੋਲੋਂ ਤੀਜੇ ਘਰ ਚਲੀ ਗਈ ਹੈ। ਪ੍ਰਥਮ ਭਇਓ ਉਤਪਾਤ ਵਿਸਾਲਾ। ਤੇ ਪਹਿਲਾਂ ਬੜਾ ਉਤਪਾਤ ਹੋਇਆ, ਪਹਿਲਾਂ ਕਈ ਕਲੇਸ਼ ਹੋਏ ਨੇ। ਵੀ ਪਹਿਲਾਂ ਤਾਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਤੇ ਧੀਰਮਲ ਦਾ, ਉਦੋਂ ਜਦੋਂ 6ਵੇਂ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਣਾ ਸੀ ਨਾ, ਤੇ ਗੱਦੀ ਗੁਰੂ ਹਰਿਰਾਏ ਸਾਹਿਬ ਨੂੰ ਦੇਣੀ ਸੀ। ਉਦੋਂ ਪਹਿਲਾਂ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾਏ 6ਵੇਂ ਪਾਤਸ਼ਾਹ ਦੇ ਟਾਈਮ ਤੇ। ਧੀਰਮਲ ਨੂੰ ਬੁਲਾਇਆ ਵੀ ਆ ਜਾ, ਭੋਗ ਤੇ ਆਇਆ ਹੀ ਨਹੀਂ, ਪਿਓ ਦੇ ਭੋਗ ਤੇ ਨਹੀਂ ਆਇਆ। ਫਿਰ 6ਵੇਂ ਪਾਤਸ਼ਾਹ ਨੇ ਜਦੋਂ ਆਪਣੇ ਜਾਂ ਸੱਚਖੰਡ ਜਾਣਾ ਸੀ ਉਦੋਂ ਬੁਲਾ ਲਿਆ ਵੀ ਪੁੱਤਰ ਹੁਣ ਆ ਜਾ। ਮਾਤਾ ਨੱਤੀ ਗਈ, ਸਮਝਾ ਕੇ ਲਿਆਈ, ਬਾਬੇ ਗੁਰਦਿੱਤੇ ਦੀ ਘਰ ਵਾਲੀ ਧੀਰਮਲ ਦੀ ਮਾਂ ਸਮਝਾ ਕੇ ਲਿਆਈ ਵੀ ਧੀਰਮਲ ਪੁੱਤਰ ਦਾਦਾ ਜੀ ਬੁਲਾ ਰਿਹਾ, ਮੌਕਾ ਇਹੀ ਹੈ, ਹੁਣ ਚੱਲ। ਆ ਤਾਂ ਗਿਆ, ਜਿਵੇਂ ਮਤਲਬ ਕੱਲ ਮਹਾਰਾਜ ਨੇ ਦੀਵਾਨ ਸਜਾਣਾ ਸੀ ਤੇ ਇੱਕ ਦਿਨ ਪਹਿਲਾਂ ਹੀ ਆਪ ਦੀਵਾਨ, ਮਹਾਰਾਜ ਥੋੜੇ ਜਿਹੇ ਆਸਣ ਤੇ ਸਨ ਉਦੋਂ, ਥੋੜਾ ਜਿਹਾ ਸਰੀਰ ਜਿਵੇਂ ਮਸਤਾਨਾ ਹੋ ਗਿਆ। 6ਵੇਂ ਪਾਤਸ਼ਾਹ ਆਪਣੀ ਮੌਜ ਵਿੱਚ ਅੰਦਰ ਰਹੇ, ਤੋਂ ਬਾਹਰ ਨਹੀਂ ਆਏ। ਉਹ ਗੱਦੀ ਲਾ ਕੇ ਆ ਬਹਿ ਗਿਆ। ਜਦੋਂ ਗੱਦੀ ਲਾ ਕੇ ਬਹਿ ਗਿਆ, 6ਵੇਂ ਪਾਤਸ਼ਾਹ ਨੂੰ ਸਿੱਖਾਂ ਨੇ ਦੱਸਿਆ ਵੀ ਧੀਰਮਲ ਮਹਾਰਾਜ ਮੱਥੇ ਟਿਕਾਈ ਜਾਂਦਾ। ਮਹਾਰਾਜ ਕਹਿੰਦੇ ਫੜ ਕੇ ਗੱਦੀਆਂ ਲਾ ਦਿਓ। ਉਹਨੂੰ ਕੀ ਹੱਕ ਹੈ, ਸਾਡਾ ਪੋਤਾ ਹੋ ਕੇ ਸਾਡੇ ਸਾਹਮਣੇ ਗੱਦੀ ਲਾ ਰਿਹਾ। ਉਹ ਫੜ ਕੇ ਸਿੱਖਾਂ ਨੇ ਗੱਦੀਆਂ ਲਾਇਆ, ਉੱਥੋਂ ਭਜਾਤਾ, ਕਰਤਾਰਪੁਰ ਚਲਾ ਗਿਆ। ਉਦੋਂ ਦਾ ਫਿਰ ਨਹੀਂ ਮਿਲਿਆ, ਇੱਧਰ ਕੀਰਤਪੁਰ ਸਾਹਿਬ ਨਹੀਂ ਆਇਆ।
ਸਤਵੇਂ ਪਾਤਸ਼ਾਹ ਫਿਰ ਆਪਣੀ ਮਾਂ ਦਾ ਕਹਿਣਾ ਮੰਨ ਕੇ ਉਹਨੂੰ ਮਿਲਣ ਜਾਂਦੇ ਰਹੇ। ਉਹ ਕਿੰਨਾ ਝਗੜਾ ਕਲਕਲਾ ਕਲੇਸ਼ ਸੀ ਮਾਹੌਲ। ਫਿਰ ਰਾਮ ਰਾਏ ਪਿਤਾ ਜੀ ਤੋਂ ਬੇਮੁਖ ਹੋ ਗਿਆ ਜਦੋਂ ਤੁਕ ਉਲਟਾਤੀ। ਉਹ ਸਾਰੀਆਂ ਗੱਲਾਂ ਰਾਮ ਰਾਏ ਸੋਚ ਰਿਹਾ ਹੈ ਵੀ ਸਾਡੇ ਘਰ ਦੇ ਅੱਗੇ ਕਿੰਨੇ ਉਤਪਾਤ ਹੋ ਚੁੱਕੇ ਹਨ। ਦਹੂ ਦਿਸ਼ਨ ਜੇ ਸਰਾਪ ਕਰਾਲਾ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਤੇ ਰਾਮ ਰਾਏ ਦਾ ਆਪਸ ਵਿੱਚ ਦੋਹਾਂ ਭਰਾਵਾਂ ਦਾ। ਰਾਮ ਰਾਏ ਨੇ ਆਪ ਛੇੜੀ। ਔਰੰਗਜ਼ੇਬ ਨੂੰ ਕਹਿੰਦਾ ਕਰਾਮਾਤ ਮੇਰੀ ਤਾਂ ਦੇਖਦੀ ਹੈ, ਮੇਰੇ ਛੋਟੇ ਭਾਈ ਦੀ ਵੀ ਦੇਖੋ। ਉਹਦਾ ਮਤਲਬ ਸੀ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਆਉਣਗੇ ਕਰਾਮਾਤ ਦਿਖਾਣਗੇ ਨਹੀਂ, ਮੇਰੀ ਬੱਲੇ ਬੱਲੇ ਹੋਵੇਗੀ। ਪਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਆਏ, ਰਾਮ ਰਾਏ ਦਾ ਦੀਵਾ ਮੱਧਮ ਪੈ ਗਿਆ ਤੇ ਸੂਰਜ ਹੋਰ ਚੜ੍ਹ ਗਿਆ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਤਾਪ ਹੀ ਇੰਨਾ ਹੋ ਗਿਆ। ਫਿਰ ਉਹਨੇ ਸੜਦੇ ਨੇ ਨਾ ਸ਼ਰਾਪ ਦੇਤਾ, ਕਹਿੰਦਾ ਇਹਨੇ ਸੀਤਲਾ ਦੇ ਖਾਜੇ ਹੋਣਗੇ ਈਰਖਾ ਦੇ ਨਾਲ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਵੀ ਸਾਡਾ ਵੱਡਾ ਭਰਾ ਹੈ, ਜੋ ਕਹਿੰਦਾ ਨਾ ਅਸੀਂ ਮੰਨਾਂਗੇ। ਆਖੋ ਸ੍ਰੀ ਵਾਹਿਗੁਰੂ। ਕਿਉਂ? ਰਾਮ ਰਾਏ ਦਾ ਸ਼ਰਾਪ ਨਹੀਂ ਹੈ, ਇਹ ਸਾਡੇ ਪਿਤਾ ਜੀ ਦਾ ਇਹਨੂੰ ਵਰ ਹੈ ਵੀ ਜੋ ਤੂੰ ਬੋਲੇਗਾ ਹੋਏਗਾ। ਜੇ ਅਸੀਂ ਇਹਦਾ ਬਚਨ ਉਲਟਾਉਂਦੇ ਹਾਂ ਤੇ ਪਿਤਾ ਜੀ ਦਾ ਬਚਨ ਉਲਟਦਾ, ਅਸੀਂ ਸਰੀਰ ਛੱਡ ਦਿਆਂਗੇ। ਸਿੱਖਾਂ ਨੇ ਆਖਿਆ ਮਹਾਰਾਜ ਤੁਸੀਂ ਤੇ ਸਰੀਰ ਛੱਡ ਦਿਓਗੇ ਤੇ ਲੋਕ ਕਹਿਣਗੇ ਵੀ ਰਾਮ ਰਾਏ ਦੇ ਬਚਨਾਂ ਦੇ ਨਾਲ ਗੁਰੂ ਕੇ ਤਾਂ ਚਲੇ ਗਏ ਤੇ ਰਾਮ ਰਾਏ ਦਾ ਕੁਝ ਨਹੀਂ ਵਿਗੜਿਆ। ਮਹਾਰਾਜ ਕਹਿੰਦੇ ਭਾਈ ਇਹ ਈਰਖਾ ਦੀ ਅੱਗ 'ਚ ਸੜਦਾ, ਜਿਉਂਦਾ ਹੀ ਸੜੇਗਾ ਤੇ ਬੇਔਲਾਦਾ ਜਾਏਗਾ। ਉਹ ਬਚਨ ਫਿਰ ਬਾਬਾ ਰਾਮ ਰਾਏ ਤੇ ਚੱਲਿਆ ਪੂਰਾ। ਔਲਾਦ ਨਹੀਂ ਹੋਈ, 4 ਵਿਆਹ ਕਰਾਏ ਬਾਬੇ ਰਾਮ ਰਾਏ ਨੇ। 43 ਸਾਲ ਦੀ ਉਮਰ ਦੇ ਵਿੱਚ ਜਿਉਂਦੇ ਸਾੜੇ ਕੇ ਮਸੰਦਾਂ ਵੱਲੋਂ। ਸੋ ਆਪਸ ਵਿੱਚ ਅੱਗੇ ਇਹ ਬਚਨਾਂ ਦੀ ਤਲਵਾਰ ਚੱਲੀ ਹੋਈ ਹੈ। ਉਸ ਗੱਲ ਤੋਂ ਵੀ ਰਾਮ ਰਾਏ ਸੋਚਾਂ 'ਚ ਪੈ ਗਿਆ ਕਿ ਕਿਤੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਨਾਲ ਕੋਈ ਦੂਜਾ ਵਾਰ ਨਾ ਚੱਲ ਜਾਵੇ। ਅਕਸਰ ਉਹ ਵੀ ਤਾਂ ਮਹਾਂਪੁਰਸ਼ ਹਨ, ਉਹਨਾਂ ਦੀ ਵੀ ਕਰਨੀ ਬਹੁਤ ਜ਼ਿਆਦਾ ਹੈ। ਸਭ ਸੰਗਤ ਮਹਿ ਮੋਰ ਖੁਟਈ। ਤੇ ਦੂਜਾ ਮੇਰੀ ਬਦਨਾਮੀ ਹੋ ਰਹੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸ਼ਰਾਪ ਦੇਣ ਕਰਕੇ। ਸੰਗਤ ਕਹਿ ਰਹੀ ਆ ਵੀ ਇਹਨੇ ਮਾੜਾ ਕੀਤਾ। ਇੱਕ ਤਾਂ ਆਪਣੇ ਛੋਟੇ ਭਾਈ 5.5 ਸਾਲ ਦੀ ਉਮਰ ਸੀ ਗੁਰੂ ਮਹਾਰਾਜ ਦੀ, 5.5 ਸਾਲ ਦੇ ਨੂੰ ਉੱਥੇ ਦਿੱਲੀ ਸੱਦ ਲਿਆ। ਸੰਗਤ ਕਹਿੰਦੀ ਵੀ ਇਹਨੂੰ ਇੰਨੀ ਵੀ ਸ਼ਰਮ ਨਹੀਂ ਆਈ ਵੀ ਛੋਟਾ ਭਾਈ ਅਜੇ 5.5 ਸਾਲ ਦਾ ਤੇ ਉਹਨੂੰ ਦਿੱਲੀ ਬੁਲਾ ਰਿਹਾ ਬਾਦਸ਼ਾਹ ਨੂੰ ਸਾਜ਼ਿਸ਼ਾਂ ਕਰਕੇ। ਉਹ ਬਦਨਾਮੀ ਦਾ ਕਾਰਨ। ਫਿਰ ਸ਼ਰਾਪ ਦੇਣਾ ਵੀ ਇਹ ਚੜ੍ਹਾਈ ਕਰ ਜਾਣਗੇ ਸੀਤਲਾ ਨਾਲ, ਉਹ ਵੀ ਬਦਨਾਮੀ ਦਾ ਕਾਰਨ। ਫਿਰ ਗੁਰੂ ਸਾਹਿਬ ਚੜ੍ਹਾਈ ਕਰ ਵੀ ਗਏ, ਜੋਤੀ ਜੋ ਸਮਾ ਗਏ ਗੁਰੂ 8ਵੇਂ ਪਾਤਸ਼ਾਹ। ਉਹ ਸਾਰੀਆਂ ਗੱਲਾਂ ਕਰਕੇ ਰਾਮ ਰਾਏ ਕਹਿੰਦਾ ਮੇਰੀ ਬਦਨਾਮੀ ਹੋ ਰਹੀ ਅੱਗੇ ਹੀ। ਪਿਤ ਸਤਿਗੁਰ ਪੂਰਬ ਬਿਦਤਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਜਿਹੜਾ ਬਚਨ ਕੀਤਾ ਵੀ ਸਾਡੇ ਮੱਥੇ ਹੀ ਨਾ ਲੱਗੇ, ਬਾਣੀ ਦੀ ਤੁਕ ਉਲਟਾਈ ਹੈ, ਉਹ ਵੀ ਮੇਰੇ ਪਿਤਾ ਦਾ ਬਚਨ ਸੰਗਤਾਂ ਵਿੱਚ ਪ੍ਰਸਿੱਧ ਹੈ। ਸ਼੍ਰੀ ਹਰਿਕ੍ਰਿਸ਼ਨ ਬਹੁਰ ਪਰਲੋਕ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਰਲੋਕ ਜਾਣ ਦੀ ਜਿਹੜੀ ਗੱਲ ਹੋਈ ਆ, ਉਹਦਾ ਧੱਬਾ ਵੀ ਮੈਨੂੰ ਲੱਗਦਾ ਹੈ। ਜਿਸ ਤੇ ਸਭ ਕੁਟੰਬ ਮਹਿ ਸ਼ੋਕ। ਔਰ ਸਾਰੇ ਪਰਿਵਾਰ ਵਿੱਚ ਵੀ ਇਹਦਾ ਸ਼ੋਕ ਮਨਾਇਆ ਜਾ ਰਿਹਾ ਹੈ। ਇਹਦੇ ਵਿੱਚ ਬਾਬਾ ਰਾਮ ਰਾਏ ਦੇ ਇਸ ਬਚਨ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਨ ਕਰਕੇ ਖਾਸ ਜਿਹੜਾ ਪਰਿਵਾਰ ਦਾਦੀ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ, ਉਹ ਵੀ ਬਾਬੇ ਰਾਮ ਰਾਏ ਨਾਰਾਜ਼ ਸੀ ਵੀ ਇਹਨੇ ਇਹ ਗਲਤ ਕੰਮ ਕੀਤਾ। ਠੀਕ ਹੈ, ਭਰਾਵਾਂ ਦਾ ਆਪਸੀ ਝਗੜਾ ਸੀ, ਉੱਥੇ ਦਿੱਲੀ ਬੈਠਾ ਰਾਜ ਕਰ ਰਿਹਾ ਸੀ ਰਾਮ ਰਾਏ। ਹਾਲਾਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਲੋਂ ਵੀ ਜਿਹੜੀ ਮਾਇਕ ਤੌਰ ਤੇ ਡੇਰਾ ਸੀ ਉਹ ਰਾਮ ਰਾਏ ਦਾ ਵੱਡਾ ਸੀ, ਦਿੱਲੀ ਵਿੱਚ ਸੀ। ਤੇ ਮਾਤਾ ਦਾਦੀ ਕਹਿੰਦੀ ਸੀ ਵੀ ਇਹਨੂੰ ਇਹ ਕਰਨ ਦੀ ਕੀ ਲੋੜ ਸੀ। ਘਰ ਦੇ ਵਿੱਚ ਜਿਹੜਾ ਝਗੜਾ ਸੀਗਾ ਇਸ ਗੱਲ। ਸੋ ਮਾਤਾ ਰਾਜ ਪਰਿਵਾਰ ਵਿੱਚ ਬਦਨਾਮੀ, ਸੰਗਤ 'ਚ ਬਦਨਾਮੀ, ਇਹ ਸਾਰੀਆਂ ਗੱਲਾਂ ਬਾਬਾ ਰਾਮ ਰਾਏ ਪਿਛਲੀਆਂ ਸੋਚ ਹੈ। ਬਹੁਤ ਸਿਆਣੇ ਸਨ, ਇਸ ਗੱਲ ਤੋਂ ਸ਼ੱਕ ਨਹੀਂ ਵੀ ਬਾਬਾ ਰਾਮ ਰਾਏ ਜੀ ਜਿਹੜੇ ਕਰਾਮਾਤਾਂ ਦੇ ਵੀ ਭੰਡਾਰ ਸਨ ਤੇ ਦੂਰ ਦ੍ਰਿਸ਼ਟੀ ਵੀ ਬੜੀ ਸੀ। ਪਰ ਸਾਧ ਸੰਗਤ ਦੀ ਜਿਹੜੀ ਗੁਰੂ ਜੋਤੀ ਵਾਲੀ ਗੱਲ ਹੈ ਉਹ ਖੇਡ ਹੋਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰ ਕੀ ਮਹਿਮਾ ਕਿਆ ਕਹੋ, ਗੁਰ ਵਿਵੇਕ ਸਤ ਸਰ, ਉਹ ਆਤ ਜੁਗਾਤੀ ਜੁਗਾਂ ਜੁਗ ਪੂਰਾ ਪਰਮੇਸ਼ਰ। ਉਹ ਬੰਦੇ ਦਾ ਬਣਾਇਆ ਨਹੀਂ ਬਣਦਾ, ਉਹ ਕਿਸੇ ਸਿਆਣਪ ਨਾਲ ਨਹੀਂ ਬਣਦਾ, ਉਹ ਦਾਤ ਇਲਾਹੀ ਹੈ ਜਿਹਨੂੰ ਵਾਹਿਗੁਰੂ ਦਵੇ। ਸੋ ਉਹ ਚੀਜ਼ ਬਾਬਾ ਰਾਮ ਰਾਏ ਜੀ ਨੂੰ ਨਹੀਂ ਮਿਲ ਸਕੀ। ਬਾਕੀ ਤਾਂ ਪਾਵਰ ਬੜੀ ਸੀ ਉਹਨਾਂ ਕੋਲ। ਹੁਣ ਬਾਬਾ ਰਾਮ ਰਾਏ ਜੀ ਸੋਚਦੇ ਹੈ ਵੀ ਇੰਨੇ ਕੁ ਧੱਬੇ ਮੇਰੇ ਤੇ ਪਹਿਲਾਂ ਲੱਗੇ ਹੋਏ। ਇੱਕ ਤਾਂ ਪਿਤਾ ਜੀ ਦਾ ਬਚਨ ਵੀ ਸਾਡੇ ਮੱਥੇ ਨਾ ਲੱਗੇ, ਇਹ ਵੀ ਸੰਗਤ ਨੂੰ ਪਤਾ। ਫਿਰ ਮੈਂ ਜਿਹੜਾ ਗਲਤੀ ਕੀਤੀ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਸੱਦਿਆ,
ਫਿਰ ਮੈਂ ਸਰਾਪ ਦਿੱਤਾ ਉਹਨਾਂ ਨਾਲ ਈਰਖਾ ਕਰਕੇ, ਫਿਰ ਉਹ ਸਰੀਰ ਵੀ ਛੱਡ ਗਏ। ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਮੇਰੇ ਵਾਸਤੇ ਨੈਗੇਟਿਵ ਹਨ। ਤੇ ਹੁਣ ਮੈਂ ਕੋਈ ਨਵੀਂ ਛੇੜ ਤਾਏ ਦੇ ਆਖੇ ਲਾ ਕੇ ਛੇੜਾਂਗਾ, ਉਹਦਾ ਨਤੀਜਾ ਕੀ ਨਿਕਲੇਗਾ? ਇਹ ਰਾਮ ਰਾਏ ਫਿਰ ਉਹਦੇ ਤੇ ਚਿੰਤਾ ਕਰ ਰਿਹਾ ਹੈ। ਹਾਂਜੀ, ਮੋਹ ਕਹੋ ਬੁਰਾ ਜਗਤ ਠਹਿਰਾਇਓ। ਇਹ ਮੈਨੂੰ ਜਗਤ ਵਿੱਚ ਬੁਰਾ ਮੰਨਿਆ ਜਾ ਰਿਹਾ। ਇਸ ਵੇਲੇ ਮੇਰੇ ਮੱਥੇ ਤੇ ਧੱਬਾ ਲੱਗਾ ਹੋਇਆ ਹੈ। ਅਬ ਹੈ ਅਪਰ ਉਤਪਾਤ ਉਠਾਇਓ। ਇਹ ਹੁਣ ਜਿਹੜਾ ਤਾਏ ਨੇ ਗੱਲ ਛੇੜੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਉਤਪਾਤ ਕੀਤਾ ਹੈ। ਵੈ ਜੈ ਹੈ ਕੁਛ ਤੇ ਕੁਛ ਔਰ। ਇਹਦੇ ਤੋਂ ਵੀ ਕੋਈ ਹੋਰ ਭੈੜਾ ਨਤੀਜਾ ਨਾ ਨਿਕਲ ਜਾਵੇ, ਕੁਝ ਦਾ ਕੁਝ ਨਾ ਹੋ ਜਾਵੇ। ਕਿਉਂਕਿ ਜਦੋਂ ਝਗੜੇ ਹੋ ਜਾਂਦੇ ਨਾ, ਝਗੜਾ ਸ਼ੁਰੂ ਕਰਨਾ ਸੌਖਾ ਤੇ ਝਗੜਾ ਸਮੇਟਣਾ ਬੜਾ ਔਖਾ। ਤੇ ਝਗੜੇ ਵਿੱਚ ਕਈ ਵਾਰੀ ਜਾਨੀ ਨੁਕਸਾਨ ਹੁੰਦੇ ਆ, ਮਾਲੀ ਨੁਕਸਾਨ ਹੁੰਦੇ ਆ, ਪਤਾ ਨਹੀਂ ਕੀ ਹੋ ਜਾਏ। ਹਾਂਜੀ, ਮਹਾ ਕੁਲੰਕਤ ਕਹਿ ਸਭ ਠੌਰ। ਸਾਡੀ ਸੋਢੀ ਕੁਲ ਦੇ ਵਿੱਚ ਕਲੰਕ ਲੱਗ ਜਾਏਗਾ। ਗੁਰੂ ਕੇ ਬੱਚੇ ਹਾਂ ਅਸੀਂ, ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਦਾ ਪਰਿਵਾਰ ਹੈ, ਤੇ ਫਿਰ ਸਾਡੀ ਹੋਰ ਬਦਨਾਮੀ ਹੋਵੇਗੀ। ਇਤਿਆਦਿਕ ਮਨ ਘਟੀ ਵਿਚਾਰ ਹੈ। ਇਸ ਪ੍ਰਕਾਰ ਦੀਆਂ ਸੋਚਾਂ ਬਾਬਾ ਰਾਮ ਰਾਏ ਜੀ ਸੋਚਦੇ ਹਨ। ਕਹਾਂ ਕਰੋ ਮੈਂ ਜਤਨ ਸੁਧਾਰ ਹੈ। ਕੀ ਕੀਤਾ ਜਾਵੇ? ਸੋਚਦਾ ਰਾਮ ਰਾਏ ਵੀ ਮੈਂ ਹੁਣ ਕੀ ਕਰਾਂ। ਪਾਤੀ ਕੋ ਉੱਤਰ ਲਿਖ ਦੀਨੋ। ਫਿਰ ਸੋਚ ਵਿਚਾਰ ਕੇ ਬਾਬੇ ਰਾਮ ਰਾਏ ਨੇ ਧੀਰਮਲ ਦੀ ਚਿੱਠੀ ਦਾ ਜਵਾਬ ਲਿਖਿਆ ਹੈ। ਤੁਮ ਹੋ ਬੜੇ ਸਕਲ ਬਿਦ ਚੀਨੋ। ਬਾਬਾ ਰਾਮ ਰਾਏ ਜੀ ਲਿਖਦੇ, ਹੇ ਤਾਇਆ ਜੀ, ਤੁਸੀਂ ਹਰ ਤਰ੍ਹਾਂ ਨਾਲ ਵੱਡੇ ਹੋ, ਮੇਰੇ ਪਿਤਾ ਤੋਂ ਵੀ ਵੱਡੇ ਹੋ, ਮੇਰੇ ਲਈ ਬਹੁਤ ਹੀ ਸਨਮਾਨਯੋਗ ਹੋ, ਤੇ ਸਭ ਤਰ੍ਹਾਂ ਨਾਲ ਜਾਣੀ ਜਾਣੋ ਸਿਆਣੇ ਹੋ। ਜਿਤਕ ਉਪਾਏ ਮੋਹਿ ਤੇ ਬਨੈ। ਮੈਂ ਜਿੰਨੀ ਵੀ ਤੁਹਾਡੀ ਸੇਵਾ ਕਰ ਸਕਿਆ ਉਹ ਵੱਧ ਚੜ ਕੇ ਕਰਾਂਗਾ। ਜੋ ਵੀ ਮੈਂ ਤੁਹਾਡੀ ਮਦਦ ਕਰ ਸਕਿਆ ਤਾਇਆ ਜੀ ਮੈਂ ਕਸਰ ਨਹੀਂ ਛੱਡਾਂਗਾ। ਕਰੋ ਸੋ ਮੈਂ ਜਿਮ ਚਿੰਤਾ ਹਨੈ। ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਹਾਡੀ ਚਿੰਤਾ ਖਤਮ ਹੋਵੇ, ਤੁਹਾਡੀ ਪਰੇਸ਼ਾਨੀ ਟੈਨਸ਼ਨ ਮੁੱਕੇ। ਕਹੇ ਤੁਮਾਰੇ ਮਹਿ ਦਿਨ ਰਾਤੀ। ਇਹ ਤਾਇਆ ਜੀ ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਮੇਰੇ ਤਾਇਆ ਜੀ ਹੋ, ਪਿਤਾ ਜੀ ਹੋ, ਤੇ ਮੈਂ ਤੁਹਾਡੇ ਕਹਿਣੇ ਵਿੱਚ ਆ, ਮੈਂ ਤੁਹਾਡੇ ਕਹੇ ਤੋਂ ਬਾਹਰ ਨਹੀਂ ਜਾ ਸਕਦਾ। ਮਾਨੋ ਕਿਉਂ ਨਾ ਰਾਵਰੀ ਬਾਤੀ। ਤੇ ਤੁਹਾਡਾ ਕਹਿਣਾ ਨਹੀਂ ਮੰਨਣਾ ਤਾਂ ਮੈਂ ਹੋਰ ਕਿਹਦਾ ਮੰਨਣਾ ਹੈ? ਕਿਉਂ ਨਹੀਂ ਮੰਨਾਂਗਾ ਤੁਹਾਡਾ ਕਹਿਣਾ? ਲਿਖੀ ਪਠਾਈ ਪੁਰ ਕਰਤਾਰ। ਏਦਾਂ ਦੀ ਚਿੱਠੀ ਲਿਖ ਕੇ ਬਾਬੇ ਰਾਮ ਰਾਏ ਨੇ ਵਾਪਸ ਕਰਤਾਰਪੁਰ ਨੂੰ ਤੋਰ ਦਿੱਤੀ ਹੈ। ਪਠਤ ਧੀਰਮਲ ਆਨੰਦ ਤਾਰ। ਜਦੋਂ ਧੀਰਮਲ ਨੇ ਬਾਬੇ ਰਾਮ ਰਾਏ ਦਾ ਜਵਾਬ ਪੜਿਆ ਤੇ ਹੌਸਲਾ ਹੋਇਆ ਤੇ ਖੁਸ਼ ਹੋਇਆ ਬਾਬਾ ਧੀਰਮਲ। ਕਹਿਓ ਮਸੰਦ ਸੰਗ ਸਮਝਾਏ। ਤੇ ਆਪਣੇ ਮਸੰਦਾਂ ਨੂੰ ਕਹਿਣ ਲੱਗਾ, ਸਫਲ ਹੈ ਤੇਰੋ ਕਹਿਓ ਉਪਾਏ। ਕਹਿਣ ਲੱਗਾ ਸੀ ਭਾਈ ਤੇਰੀ ਸਲਾਹ ਕੰਮ ਆ ਗਈ ਹੈ, ਤੇਰੀ ਸਲਾਹ ਕੰਮ ਕਰੇਗੀ, ਆਪਣਾ ਤੀਰ ਨਿਸ਼ਾਨੇ ਤੇ ਵੱਜੇਗਾ। ਰਾਮ ਰਾਏ ਖਾਤਰ ਕਰ ਪਠੀ। ਰਾਮ ਰਾਏ ਨੇ ਤਸੱਲੀ ਦਿੱਤੀ ਹੈ ਭਈ ਆਪਾਂ ਤਾਇਆ ਜੀ ਤੇਰੇ ਨਾਲ ਆ। ਤੇ ਫਿਰ ਇਹਦਾ ਮਤਲਬ ਜੇ ਉਹਨੇ ਹਾਂ ਕਰਤੀ ਹੈ ਤੇ ਹੁਣ ਉਹ ਆਪਣਾ ਕੰਮ ਅੱਗੇ ਤੋਰੇਗਾ। ਇਹੋ ਪਾਤੀ ਮੈਂ ਤਿਸ ਕੀ ਪਠੀ। ਤੇ ਆ ਵੇਖ ਚਿੱਠੀ ਮੈਂ ਪੜ੍ਹ ਰਹੀ ਹੈ, ਪੜ੍ਹ ਤੂੰ ਵੀ ਪੜ੍ਹ ਲੈ। ਰਾਮ ਰਾਏ ਨੇ ਮੇਰੇ ਭਤੀਜੇ ਨੇ ਮੈਨੂੰ ਬੜਾ ਹੌਸਲਾ ਦਿੱਤਾ ਹੈ। ਇਸ ਪ੍ਰਕਾਰ ਇਹ ਭਇਓ ਬ੍ਰਿਤਾਂਤ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਇੱਕ ਦੂਜੀ ਨੂੰ ਚਿੱਠੀਆਂ ਆਉਣ ਜਾਣ ਲੱਗ ਪਈਆਂ। ਤਾਏ ਦੀ ਤੇ ਭਤੀਜੇ ਦੀ ਆਪਸ ਵਿੱਚ ਚਿੱਠੀ ਪੱਤਰਾਂ ਦਾ ਹੀ ਸਾਂਝ ਸ਼ੁਰੂ ਹੋ ਗਈ। ਗੁਰ ਦਰੋਹੀ ਅਨਹਿਤ ਚਿਤਵੰਤ। ਇਹ ਦੋਵੇਂ ਗੁਰੂ ਘਰ ਦੇ ਦੁਖੀ ਧੀਰਮਲ ਤੇ ਰਾਮ ਰਾਏ ਗੁਰੂ ਤੇਗ ਬਹਾਦਰ ਸਾਹਿਬ ਦਾ ਬੁਰਾ ਸੋਚਣ ਲੱਗ ਪਏ ਹਨ। ਬੁਰੇ ਭਲੇ ਕੀ ਸਾਰ ਨਾ ਜਾਣੈ। ਪਰ ਇਹਨਾਂ ਨੂੰ ਬੁਰੇ ਭਲੇ ਦੀ ਸਾਰ ਕੋਈ ਨਹੀਂ। ਜਦੋਂ ਅਸੀਂ ਕਿਸੇ ਨਾਲ ਵੀ ਈਰਖਾ ਕਰਦੇ ਹਾਂ ਉਦੋਂ ਸਾਡੀ ਬੁੱਧੀ ਦੇ ਸਾਧ ਸੰਗਤ ਜੀ ਪਰਦਾ ਪੈ ਜਾਂਦਾ। ਆਖੋ ਸਤਿਨਾਮ ਸ੍ਰੀ। ਕੋਈ ਵੀ ਇਨਸਾਨ ਹੈ ਭਾਵੇਂ ਉਹ ਗੁਰੂ ਦਾ ਪੁੱਤਰ ਪੋਤਰਾ ਹੀ ਕਿਉਂ ਨਾ ਹੋਵੇ, ਜਦੋਂ ਉਹਦੇ ਮਨ 'ਚ ਕਿਸੇ ਪ੍ਰਤੀ ਵੀ ਵੈਰ ਵਿਰੋਧ ਹੈ, ਦਵੈਸ਼ ਹੈ, ਈਰਖਾ ਹੈ, ਜੈਲਸ ਹੈ, ਤਾਂ ਉਹਦੀ ਬੁੱਧੀ ਮਲੀਨ ਹੋ ਗਈ ਸਮਝੋ। ਸਭ ਤੋਂ ਵੱਡਾ ਜਿਹੜਾ ਸਾਡੀ ਬੁੱਧੀ ਦਾ ਰੋਗ ਹੈ ਉਹ ਈਰਖਾ ਹੀ ਹੈ। ਇਸ ਕਰਕੇ ਆਪਣਾ ਆਤਮ ਚਿੰਤਨ ਜਦੋਂ ਵੀ ਸਵੇਰੇ 10 ਮਿੰਟ ਬਹਿੰਦੇ ਹੋ ਨਾ,
ਉਦੋਂ ਇਹਨਾਂ ਚੀਜ਼ਾਂ ਦਾ ਧਿਆਨ ਕਰਨਾ ਚਾਹੀਦਾ ਵੀ ਮੇਰੀ ਆਤਮਾ ਦੇ ਆਲੇ ਦੁਆਲੇ ਕਿੰਨੀ ਕੁ ਮੈਲ ਹੈ। ਮੈਂ ਈਰਖਾ ਤਾਂ ਨਹੀਂ ਕਰਦਾ, ਮੈਂ ਕਿਸੇ ਨਾਲ ਜਲਸ ਤਾਂ ਨਹੀਂ ਕਰਦਾ, ਮੈਂ ਕਿਸੇ ਦਾ ਬੁਰਾ ਤਾਂ ਨਹੀਂ ਸੋਚਦਾ। ਜਦੋਂ ਜੇ ਕੋਈ ਸਾਡਾ ਬੁਰਾ ਸੋਚ ਰਿਹਾ ਹੈ ਤਾਂ ਵੀ ਆਪਾਂ ਸੋਚੀਏ ਵੀ ਪਰਮਾਤਮਾ ਉਹਦਾ ਭਲਾ ਕਰੇ ਤੇ ਕੱਲ ਨੂੰ ਤੁਹਾਨੂੰ ਬੰਦਾ ਫਤਿਹ ਬੁਲਾਏਗਾ। ਇਹ ਵੀ ਤੁਸੀਂ ਅਜਮਾ ਕੇ ਦੇਖ ਲੈਣਾ। ਗੁਰੂ ਤੁਸੀਂ ਅੰਦਰੋਂ ਜਿਹੜੀਆਂ ਵਾਈਬ੍ਰੇਸ਼ਨਾਂ ਛੱਡ ਰਹੇ ਉਹੀ ਜਾ ਰਹੀਆਂ ਨਾ ਤਰੰਗਾਂ। ਜਿਵੇਂ ਆ ਮੋਬਾਈਲ ਦੇ ਵਿੱਚ ਹੁਣ ਆ ਰਿਹਾ ਸਾਰਾ ਕੁਝ, ਕੋਈ ਤਾਰ ਤਾਂ ਕੋਈ ਨਹੀਂ, ਬਿਨਾਂ ਤਾਰਾਂ ਦੇ ਬਿਨਾਂ ਕੇਬਲ ਦੇ ਸਾਡੇ ਕੋਲ ਆ ਰਹੀ ਹੈ ਵਾਈਬ੍ਰੇਸ਼ਨ, ਖਬਰ ਆ ਰਹੀ ਹੈ। ਇੱਦਾਂ ਹੀ ਇਸ ਅੰਦਰ ਦੀ ਖੇਡ ਸਾਡੀ ਆ ਰਹੀ ਹੈ, ਜਾ ਰਹੀ ਹੈ। ਉਹ ਇੱਥੇ ਬੈਠੇ ਤੁਸੀਂ ਹਜ਼ਾਰਾਂ ਮੀਲ ਕਿਸੇ ਬੰਦੇ ਲਈ ਮਾੜਾ ਸੋਚੋ, ਉਹਦੇ ਦਿਲ 'ਚ ਪਹਿਲਾਂ ਆ ਜਾਣੀ ਹੈ। ਇੱਥੇ ਬੈਠੇ ਉਹਦੇ ਲਈ ਚੰਗਾ ਤੁਸੀਂ ਛੱਡੋ ਖਿਆਲ, ਉਹਦੇ ਮਨ 'ਚ ਚੰਗਾ ਆ ਜਾਣਾ। ਸੋ ਇਹ ਬੜਾ ਇੱਕ ਵੱਡਾ ਨੁਕਤਾ ਹੈ ਗੁਰੂ ਸਾਹਿਬ ਨੇ ਦਿੱਤਾ। ਪਰ ਬਾਬੇ ਧੀਰਮਲ ਤੇ ਰਾਮ ਰਾਏ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਈਰਖਾ ਆ ਗਈ ਤੇ ਉਹਨਾਂ ਦੇ ਅੰਦਰ ਦੀ ਸ਼ਾਂਤੀ, ਆਨੰਦ ਖਤਮ ਹੋ ਗਿਆ। ਹਾਂਜੀ, ਭਏ ਲੋਭ ਬਸ ਕੁਕ੍ਰਿਤ ਠਾਨ। ਲੋਭ ਲਾਲਚ ਸਾਰਿਆਂ ਪਾਪਾਂ ਦਾ ਮੂਲ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਨਾ, ਜੈਸੇ ਵੱਡੇ ਗੁਣ ਲੋਭ ਤੇ ਜਾਤ ਪਰਾਈ। ਕਹਿੰਦੇ ਲੋਭ ਨਾਲ ਵੱਡੇ ਵੱਡੇ ਗੁਣ ਚਲੇ ਜਾਂਦੇ। ਲੋਭੀ ਬੰਦਾ ਸਵੇਰੇ ਉੱਠ ਕੇ ਭਾਵੇਂ 15 ਬਾਣੀਆਂ ਪੜ੍ਹੇ, ਧਿਆਨ ਨਹੀਂ ਲੱਗਣਾ। ਈਰਖਾਲੂ ਬੰਦਾ ਭਾਵੇਂ ਨਿਤਨੇਮ ਜਿੰਨਾ ਮਰਜ਼ੀ ਕਰੇ, ਉਹਦਾ ਧਿਆਨ ਨਹੀਂ ਲੱਗਣਾ। ਉਹ ਗੁਟਕਾ ਭਾਵੇਂ ਉਹ ਪੜ੍ਹੀ ਜਾ ਰਿਹਾ ਪਰ ਉਹਦੇ ਧਿਆਨ ਵਿੱਚ ਕੁਝ ਹੋਰ ਚੱਲ ਰਿਹਾ, ਆਨੰਦ ਨਹੀਂ ਆਉਣਾ। ਸੋ ਉਹ ਇਹ ਵੱਡੀ ਮੈਲ ਸੀ ਈਰਖਾ ਦੀ, ਜਿਹੜੀ ਉਹਦੇ ਮਨ ਵਿੱਚ ਵੜੀ ਹੋਈ ਸੀ। ਭਾਵੇਂ ਦੋਵੇਂ ਗੁਰੂ ਪੁੱਤਰ ਸਨ, ਬਾਬਾ ਧੀਰਮਲ ਤੇ ਬਾਬਾ ਰਾਮ ਰਾਏ ਗੁਰੂ ਦੇ ਪੁੱਤਰ ਪੋਤਰੇ ਪੜਪੋਤਰੇ ਹਨ, ਪਰ ਇੰਨਾ ਕੁਝ ਹੋ ਕੇ ਉਹ ਜਿਹੜੀ ਚੀਜ਼ ਹੈ ਉਹ ਮਨ ਨੂੰ ਸ਼ਾਂਤੀ ਨਹੀਂ ਆਉਣ ਦਿੰਦੀ। ਗੁਰੂ ਤੇਗ ਬਹਾਦਰ ਸਾਹਿਬ ਦਾ ਵਿਰੋਧ ਕਰ ਰਹੇ ਹਨ। ਇੱਕ ਦਿਨ ਤੁਰ ਕੇ ਸ਼ੁਰ ਕੇ ਤੀਰ। ਇੱਕ ਦਿਨ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਕਚਹਿਰੀ 'ਚ ਗਏ ਹਨ। ਬੈਠਿਓ ਰਾਮ ਰਾਏ ਨਰ ਪੀਰ। ਬਾਦਸ਼ਾਹ ਦੀ ਕਚਹਿਰੀ ਲੱਗੀ ਹੋਈ ਹੈ। ਉੱਥੇ ਬਾਬਾ ਰਾਮ ਰਾਏ ਬੜੀ ਸੋਹਣੀ ਚੌਂਕੀ ਤੇ ਸਭ ਤੋਂ ਉੱਤੇ ਬੈਠੇ ਦੇ ਸਨ ਔਰ ਬਾਦਸ਼ਾਹ ਬੜਾ ਸਤਿਕਾਰ ਕਰਦਾ ਸੀ। ਬਾਦਸ਼ਾਹ ਦੀ ਕਚਹਿਰੀ 'ਚ ਬੈਠੇ ਹਨ। ਕਹਿਓ ਪ੍ਰਸੰਗ ਗੁਰਨ ਕੋ ਤੌਨ। ਸੋ ਉਸ ਵੇਲੇ ਗੁਰੂ ਘਰ ਦੀ ਵਾਰਤਾ ਚੱਲ ਪਈ, ਗੱਲ ਚੱਲ ਪਈ ਵੀ ਗੁਰੂ ਨਾਨਕ ਦੀ ਗੱਦੀ ਦਾ ਕੀ ਚੱਲ ਰਿਹਾ ਅੱਜ ਕੱਲ। ਅਬ ਗਾਦੀ ਪਰ ਬੈਠਿਓ ਕੌਣ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਪੁੱਛਿਆ ਕਿ ਬਾਬਾ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੱਦੀ ਤੇ ਕੌਣ ਬੈਠਾ ਹੈ ਨੌਵਾਂ ਬਣ ਕੇ ਗੁਰੂ। ਸ਼੍ਰੀ ਹਰਿਕ੍ਰਿਸ਼ਨ ਬਾਲ ਬੈ ਜਾਹੇ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਿਹੜੇ ਪੌਣੇ 8 ਸਾਲ ਦੀ ਉਮਰ ਦੇ ਵਿੱਚ ਪਹੁੰਚੇ ਸੋ ਪ੍ਰਲੋਕ ਕੇ ਮਾਹੇ। ਸਤਿਖੰਡ ਗਮਨ ਕਰ ਗਏ ਨੇ, ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ ਹੈ ਤੇ ਉਹਨਾਂ ਦੀ ਥਾਂ ਤੇ ਹੁਣ ਗੁਰਤਾ ਗੱਦੀ ਕਿਸ ਨੇ ਸਾਂਭੀ ਹੈ। ਅਧਿਕਾਰੀ ਸੁਤ ਹੁਤੋ ਨਾ ਕੋਏ। ਕਿਉਂਕਿ ਉਹਨਾਂ ਦੇ ਅੱਗੇ ਕੋਈ ਗੱਦੀ ਦਾ ਵਾਰਸ ਨਹੀਂ ਸੀ, ਉਹਨਾਂ ਦੀ ਸ਼ਾਦੀ ਨਹੀਂ ਸੀ, ਉਹਨਾਂ ਦੇ ਬੱਚੇ ਨਹੀਂ ਸਨ ਤੇ ਉਹਨਾਂ ਦਾ ਕੋਈ ਸੇਵਕ ਵੀ ਹੁੰਦਾ ਤੇ ਇੱਥੇ ਪਤਾ ਲੱਗ ਜਾਣਾ ਸੀ ਵੀ ਫਲਾਣੇ ਸੇਵਕ ਨੂੰ ਗੱਦੀ ਦੇ ਗਏ ਨੇ। ਸੋ ਇੱਥੇ ਉਹਨਾਂ ਦੀ ਗੱਦੀ ਦਾ ਕੀ ਬਣਿਆ ਹੈ ਮੈਂ ਜਾਣਨਾ ਚਾਹੁੰਦਾ। ਔਰੰਗਜ਼ੇਬ ਨੇ ਬਾਬੇ ਰਾਮ ਰਾਏ ਜੀ ਤੋਂ ਪੁੱਛਿਆ। ਹਾਂਜੀ, ਗਾਦੀ ਪਰ ਬੈਠਤ ਹੈ ਜੋਏ। ਕਿਉਂਕਿ ਮੈਂ ਸੁਣਿਆ ਵੀ ਗੁਰੂ ਆਪਣੀ ਗੱਦੀ ਕਿਸੇ ਨੂੰ ਦੇ ਕੇ ਜਾਂਦੇ ਸੀ, ਤੁਹਾਡੇ ਵੱਡੇ ਵਡੇਰੇ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਆਪਣੀ ਗੱਦੀ ਕਿਸ ਨੂੰ ਦੇ ਕੇ ਗਏ ਨੇ। ਰਾਮ ਰਾਏ ਸਭ ਬਾਤ ਸੁਨਾਈ। ਬਾਦਸ਼ਾਹ ਔਰੰਗਜ਼ੇਬ ਦਾ ਇਹ ਸਵਾਲ ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ, ਸ਼੍ਰੀ ਹਰਿਕ੍ਰਿਸ਼ਨ ਕਹੀ ਗੁਰਿਆਈ। ਇਹ ਬਾਦਸ਼ਾਹ ਸਲਾਮਤ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮੇਰੇ ਛੋਟੇ ਭਾਈ ਜਦੋਂ ਇੱਥੇ ਦਿੱਲੀ 'ਚ ਸਰੀਰ ਛੱਡਿਆ ਹੈ, ਉਹਨਾਂ ਨੇ ਗੁਰਤਾ ਗੱਦੀ ਬਾਰੇ ਆਹ ਬਚਨ ਕਹੇ ਸੀ। ਹੁਤੋ ਹਮਾਰੀ ਕੁਲ ਮਹਿ ਏਕ। ਸਾਡੀ ਕੁਲ ਦੇ ਵਿੱਚ, ਸਾਡੇ ਪਰਿਵਾਰ ਦੇ ਵਿੱਚ ਇੱਕ ਜਿਸ ਕਾ ਨਹਿ ਵਿਵਹਾਰ ਵਿਵੇਕ। ਇੱਕ ਮਸਤਾਨਾ ਜਿਹਾ ਬਾਬਾ ਹੈ ਜਿਹੜਾ ਦੁਨੀਆ ਦੇ ਲੈਣ ਦੇਣ ਨਹੀਂ ਜਾਣਦਾ, ਉਹ ਕਿਸੇ ਨਾਲ ਬੋਲਦਾ ਚਾਲਦਾ ਨਹੀਂ ਹੈ, ਸਾਡੇ ਟੱਬਰ ਵਿੱਚੋਂ ਹੀ ਹੈ, ਸਾਡਾ ਦਾਦਾ ਹੀ ਲੱਗਦਾ ਹੈ। ਸੋ ਗਾਦੀ ਪਰ ਹੋਏ ਬਿਦਤਾਇਓ। ਉਹਨੂੰ ਗੱਦੀ ਮਿਲ ਗਈ, ਉਹ ਗੱਦੀ ਤੇ ਬੈਠ ਗਿਆ ਹੈ
ਉਹਦੀ ਹੁਣ ਮਾਨਤਾ ਹੋ ਰਹੀ ਹੈ। ਮੇਰੇ ਦਾਤੇ ਦਾ ਛੋਟਾ ਭਰਾ ਹੈ ਸੁਨਿਓ ਸੋ ਮੈਂ ਨਿਜ ਨਗਰ ਬਸਾਇਓ। ਤੇ ਮੈਨੂੰ ਪਤਾ ਲੱਗਾ, ਮੈਂ ਵੀ ਕਿਹੜਾ ਉਹਨਾਂ ਨੂੰ ਮਿਲਿਆ ਹਾਂ, ਮੈਂ ਤਾਂ ਸੁਣਿਆ ਹੀ ਹੈ। ਹੋ ਸਕਦਾ ਕਿ ਬਾਬਾ ਰਾਮ ਰਾਏ ਜੀ ਗੁਰੂ ਤੇਗ ਬਹਾਦਰ ਜੀ ਨੂੰ ਕਦੀ ਮਿਲੇ ਵੀ ਨਾ ਹੋਣ। ਕਾਰਨ ਕੀ ਹੈ ਵੀ ਮਹਾਰਾਜ ਤਾਂ ਬਾਬੇ ਬਕਾਲੇ ਰਹੇ ਜ਼ਿਆਦਾਤਰ, ਗੁਰੂ ਤੇਗ ਬਹਾਦਰ ਸਾਹਿਬ ਜੀ। ਤੇ ਬਾਬਾ ਰਾਮ ਰਾਏ ਜੀ ਕੀਰਤਪੁਰ ਸਾਹਿਬ ਤੋਂ ਬਹੁਤ ਛੋਟੀ ਉਮਰ 'ਚ ਦਿੱਲੀ ਚਲੇ ਗਏ। ਇਸ ਕਰਕੇ ਕਹਿੰਦੇ ਵੀ ਮੈਂ ਸੁਣਿਆ ਹੈ ਵੀ ਉਹਨਾਂ ਨੇ ਇੱਕ ਨਗਰ ਵਸਾ ਲਿਆ ਹੈ ਤੇ ਉਹਨਾਂ ਦੀ ਹੁਣ ਬੜੀ ਮਾਨਤਾ ਹੋ ਰਹੀ ਹੈ। ਅਜ਼ਮਤ ਸਹਿਤ ਲੋਕ ਤਿਸ ਕਹੈ। ਲੋਕ ਕਹਿੰਦੇ ਆ ਵੀ ਉਹਦੇ ਕੋਲ ਵੀ ਬੜੀ ਕਰਾਮਾਤ ਹੈ, ਬੜੀ ਸ਼ਕਤੀ ਹੈ ਸਾਡਾ ਬਾਬਾ ਹੀ ਲੱਗਦਾ, ਬਾਬੇ ਦਾ ਛੋਟਾ ਭਰਾ ਹੈ। ਅਰ ਪਹਿ ਦਰਬ ਕਾਮ ਨਾਲ ਹੈ। ਲੋਕ ਉਹਨੂੰ ਚੜਾਵਾ ਚੜਾਉਂਦੇ ਨੇ ਤੇ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਪ੍ਰਗਟਿਓ ਗੁਰੂ ਤਬ ਹੈ ਲਖ ਲੇਹ। ਹਾਂ ਕਹਿੰਦੇ ਉਹ ਗੁਰੂ ਬਣ ਗਿਆ ਹੈ, ਗੁਰਤਾ ਗੱਦੀ ਦੇ ਉੱਤੇ ਦਾਵਾ ਉਸ ਦਾ ਹੈ। ਸਾਰੇ ਹੁਣ ਉਹਨੂੰ ਹੀ ਨੌਵਾਂ ਗੁਰੂ ਮੰਨਦੇ ਨੇ। ਟਿਗ ਰਾਵਰ ਕੇ ਅਜ਼ਮਤ ਦੇਹ। ਪਰ ਬਾਦਸ਼ਾਹ ਪਤਾ ਤੇ ਤਾਂ ਲੱਗੇਗਾ ਜੇ ਤੁਸੀਂ ਉਹਨਾਂ ਦੀ ਕਰਾਮਾਤ ਦੇਖੋਗੇ। ਆਪਣੀ ਆਈ ਤੇ ਆ ਗਿਆ ਰਾਮ ਰਾਏ, ਜਿਹੜਾ ਡੰਗ ਮਾਰਨਾ ਸੀ ਉਹ ਮਾਰਤਾ। ਕਹਿੰਦਾ ਬਾਦਸ਼ਾਹ ਸਲਾਮਤ, ਅਸੀਂ ਤੇ ਤਾਂ ਦੇਖ ਉਹਦਾ ਸੁਣਿਆ ਹੀ ਹੈ ਲੋਕਾਂ ਤੋਂ ਵੀ ਕਰਾਮਾਤ ਹੈ, ਪਰ ਬਿਨਾਂ ਸੁਣਿਆ ਸੁਣਾਇਆ ਦਾ ਕੀ ਹੁੰਦਾ, ਜਿੰਨਾ ਚਿਰ ਦੇਖੀਏ ਨਾ, ਜਿੰਨਾ ਚਿਰ ਸ਼ਹਿਨਸ਼ਾਹ ਆਲਮਗੀਰ ਔਰੰਗਜ਼ੇਬ ਤੁਸੀਂ ਨਹੀਂ ਨਾ ਦੇਖਦੇ ਕਰਾਮਾਤ, ਆਪਾਂ ਕੀ ਵਿਸ਼ਵਾਸ ਕਰ ਸਕਦੇ ਹਾਂ। ਕਿਉਂਕਿ ਰਾਮ ਰਾਏ ਨੂੰ ਆਪਣੀ ਕਰਾਮਾਤਾਂ ਦਾ ਤੇ ਬੜਾ ਹੰਕਾਰ ਸੀ ਵੀ ਮੈਂ ਤਾਂ ਹੱਥ ਤੇ ਸਰੋਂ ਜਮਾਈ ਹੋਈ ਹੈ ਇੱਥੇ, ਮੈਂ ਤਾਂ ਸਾਹਮਣੇ ਦਿਖਾਇਆ ਹੋਇਆ ਸਾਰੀ ਕਚਹਿਰੀ, ਸਾਰਾ ਹਿੰਦੁਸਤਾਨ ਜਾਣਦਾ, ਔਰੰਗਜ਼ੇਬ ਦੇਖਦਾ। ਕਹਿੰਦਾ ਵੀ ਜਦੋਂ ਤੁਸੀਂ ਕਰਾਮਾਤ ਉਹਨਾਂ ਦੀ ਦੇਖੋਗੇ ਫਿਰ ਮੰਨਾਂਗੇ, ਪਰ ਸੁਣਿਆ ਹੈ ਵੀ ਕਰਾਮਾਤ ਹੈ ਉਹਨਾਂ ਦੇ ਕੋਲ। ਨਾਹੇ ਤਾਂ ਝੂਠ ਸਾਚ ਕਹਿ ਕਰਕੇ। ਨਹੀਂ ਤਾਂ ਲੋਕ ਝੂਠੀਆਂ ਸੱਚੀਆਂ ਗੱਲਾਂ ਤੇ ਬੜੀਆਂ ਉਡਾ ਦਿੰਦੇ ਨੇ, ਕਹਿ ਸੁਣ ਕੇ ਪੀਰਾਂ ਨੂੰ ਮੁਰੀਦ ਉਡਾਉਂਦੇ ਨੇ। ਤੇ ਇਹ ਵੀ ਗੁਰੂ ਤੇਗ ਬਹਾਦਰ ਦੇ ਸਿੱਖਾਂ ਨੇ ਹੋ ਸਕਦਾ ਹੈ ਵੀ ਐਵੇਂ ਰੌਲਾ ਪਾਇਆ ਹੋਵੇ। ਬਿਰ ਮਾਵ ਹੈ ਨਰਗਨ ਛਲ ਧਰ ਕੇ। ਲੋਕ ਝੂਠੀਆਂ ਸੱਚੀਆਂ ਕਹਾਣੀਆਂ ਸੁਣਾ ਕੇ ਠੱਗਦੇ ਹਨ। ਸੁਨ ਇਮ ਸ਼ਾਹੋ ਗਿਰਾ ਤਬ ਕਹੀ। ਬਾਬੇ ਰਾਮ ਰਾਏ ਦੀ ਇਹ ਗੱਲ ਸੁਣ ਕੇ ਔਰੰਗਜ਼ੇਬ ਕਹਿਣ ਲੱਗਾ, ਤੋ ਮਹਿ ਅਜ਼ਮਤ ਮੈਂ ਬਹੁ ਲਹੀ। ਬਾਬਾ ਜੀ ਤੁਹਾਡੀ ਨਹੀਂ ਕੋਈ ਰੀਸ ਕਰ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਹਾਡੀ ਕਰਾਮਾਤ ਮੈਂ ਵੇਖੀ ਆਪ ਅੱਖਾਂ ਨਾਲ, ਹੋਰ ਨਹੀਂ ਮੈਂ ਕਿਸੇ ਜੋ ਵੇਖੀ ਜਿਹੜੀ ਤੁਹਾਡੇ ਕੋਲ ਵੇਖੀ ਹੈ। ਨਹਿ ਏ ਤੱਕ ਕਿਸ ਅਪਰ ਮਜਾਰੀ। ਇੰਨੀ ਕਿਸੇ ਵਿੱਚ ਨਹੀਂ, ਚਲੋ ਮਾੜੀ ਮੋਟੀ ਕੋਈ ਪੀਰ ਫਕੀਰ ਚ ਹੋਵੇ, ਕਿਸੇ ਸਾਧੂ ਸੰਤ ਚ ਹੋਵੇ ਥੋੜੀ ਬਾੜੀ ਗੱਲ, ਪਰ ਜਿੰਨੀ ਤੁਹਾਡੀਆਂ ਵੇਖੀਆਂ ਕਰਾਮਾਤਾਂ ਸ਼ਕਤੀਆਂ ਸਾਧ ਸੰਗਤ ਜੀ, ਇਹੋ ਜਿਹੇ ਕੰਮ ਜਿਹੜੇ ਹੋ ਹੀ ਨਹੀਂ ਸਕਦੇ ਨਾ, ਉਹ ਰਾਮ ਰਾਏ ਨੇ ਦਿੱਲੀ ਚ ਕਰਕੇ ਵਿਖਾਏ। ਅਸੰਭਵ ਬਾਤਾਂ ਹੋ ਸੋਚ ਵੀ ਨਹੀਂ ਸਕਦੇ ਇਨਸਾਨ ਕੋ, ਉਹ ਕਰਕੇ ਹੱਥਾਂ ਦੇ ਸਾਹਮਣੇ ਦਿਖਾ ਦਿੰਦਾ ਸੀ। ਤੇ ਉਹ ਕਹਿੰਦਾ ਵੀ ਜਿਹੜੀਆਂ ਤੁਹਾਡੀਆਂ ਬਾਬਾ ਜੀ ਮੈਂ ਵੇਖੀਆਂ ਸ਼ਕਤੀਆਂ ਉਹ ਨਹੀਂ ਮੈਂ ਕਿਸੇ 'ਚ ਵੇਖੀਆਂ, ਤੇ ਮੈਂ ਮੰਨ ਹੀ ਨਹੀਂ ਸਕਦਾ ਵੀ ਤੁਹਾਡੀ ਵੀ ਕੋਈ ਬਰਾਬਰੀ ਕਰ ਸਕਦਾ ਹੈ। ਹਾਂਜੀ, ਕਹਾਂ ਕਰਹਿ ਤਿਸ ਨਿਕਟ ਹਕਾਰੀ। ਤੁਹਾਡੇ ਹੁੰਦਿਆਂ ਅਸੀਂ ਉਹਨੂੰ ਬਾਬੇ ਨੂੰ ਕਿਉਂ ਤੰਗ ਕਰਨਾ। ਔਰੰਗਜ਼ੇਬ ਕਹਿੰਦਾ ਉਹਨੂੰ ਬੁਲਾ ਕੇ ਅਸੀਂ ਕੀ ਕਰਨਾ, ਜੇ ਤੁਸੀਂ ਸਾਡੇ ਕੋਲ ਹੈ, ਅਸੀਂ ਤੁਹਾਡੀਆਂ ਕਰਾਮਾਤਾਂ ਹੀ ਵੇਖ ਕੇ ਖੁਸ਼ ਹੁੰਦੇ ਆ, ਅਸੀਂ ਗੁਰੂ ਤੇਗ ਬਹਾਦਰ ਨੂੰ ਕਿਉਂ ਪਰੇਸ਼ਾਨ ਕਰੀਏ। ਤੁਮ ਵੀ ਗੁਰ ਕਰ ਕੇ ਸੁਤ ਪੋਤੇ। ਨਾਲੇ ਤੁਸੀਂ ਵੀ ਤਾਂ ਗੁਰੂ ਰਾਮਦਾਸ ਦੇ ਪਰਿਵਾਰ ਵਿੱਚੋਂ ਹੋ, ਤੁਸੀਂ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਪੜਪੋਤਰੇ ਹੋ ਤੇ ਗੁਰੂ ਹਰਾਏ ਸਾਹਿਬ ਦੇ ਪੁੱਤਰ ਹੋ। ਅਪਰ ਅਲਪ ਜਾਨੋ ਸਭ ਤੋਤੇ। ਮੈਂ ਤੁਹਾਡੇ ਤੋਂ ਸਭ ਥੱਲੇ ਸਮਝਦਾ ਔਰੰਗਜ਼ੇਬ, ਕਿਉਂਕਿ ਔਰੰਗਜ਼ੇਬ ਦੀ ਜਿਹੜੀ ਦ੍ਰਿਸ਼ਟੀ ਸੀ ਨਾ ਉਹ ਕਰਾਮਾਤਾਂ ਤੇ ਖੜੀ ਸੀ, ਪਰ ਇਹ ਜਿਹੜੀ ਗੱਲ ਹੈ ਨਾ ਗੁਰੂ ਦੀ, ਇਹ ਕਰਾਮਾਤਾਂ ਤੋਂ ਲੱਖਾਂ ਮੀਲ ਉੱਤੇ ਹੈ, ਕਰੋੜਾਂ ਮੀਲ ਉੱਲਾ ਕਰਾਮਾਤਾਂ ਦੇ ਜਾਦੂਗਰੀ ਹੈ ਗੁਰੂ ਦੇ ਸਾਹਮਣੇ। ਤੇ ਪਰ ਉਹ ਜਿਹੜੇ ਸੰਸਾਰੀ ਜਿੰਨੀ ਕਿਸੇ ਦੀ, ਉਹ ਜਿਵੇਂ ਕਹਿੰਦੇ ਆ ਨਾ ਵੀ ਭਾਈ ਮਰਦਾਨਾ ਲੈ ਕੇ ਗਿਆ ਸੀ ਨਾ ਲਾਲ, ਤੇ ਪਹਿਲਾਂ ਉਹਦਾ ਸਾਗ ਵੇਚਣ ਵਾਲੀ ਨੇ ਗੁੱਛੀ ਸਾਗ ਮੁੱਲ ਪਾਇਆ ਸੀ, ਦੂਜੇ ਨੇ ਰੁਪਈਆ, ਤੀਜੇ ਨੇ 2 4 5 10, ਉਹ ਅਸਲੀ ਮੁੱਲ ਤੇ ਫਿਰ ਭਾਈ ਸਾਲਸਰਾਏ ਜੌਹਰੀ ਨੇ ਆਖਿਆ ਸੀ ਵੀ ਇਹਦਾ ਮੁੱਲ ਹੈ ਹੀ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਜਿਹੜਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਆਉਂਦਾ ਵੀ ਜਿਹੜੀਆਂ ਜਾਦੂ ਕਰਨੀਆਂ ਨਾ ਨੂਰ ਸ਼ਾਹ, ਤੇ ਜਦੋਂ ਉਹਨਾਂ ਨੇ ਮਹਾਰਾਜ ਤੇ ਜਾਦੂ ਚਲਾਇਆ ਨਹੀਂ ਚੱਲਿਆ, ਭਾਈ ਮਰਦਾਨੇ ਤੇ ਚਲਾਤਾ ਸੀ ਤੇ ਮਹਾਰਾਜ ਤੇ ਨਹੀਂ ਚੱਲਿਆ, ਉਲਟਾ ਪੈ ਗਿਆ,
मैं लंबी कथा ना करा, तो टू दी पॉइंट गल विच आ गई चेते भी गुरु नानक देव जी नूं कहंदियां महाराज अपने वाला जादू सानूं दिओ, ਉਹ ਸਿਖਾਓ ਵੀ ਸਾਡਾ ਤੁਹਾਡੇ ਤੇ ਚੱਲਿਆ ਨਹੀਂ, ਤੁਹਾਡਾ ਸਾਡੇ ਤੇ ਚੱਲ ਗਿਆ, ਉਹ ਕਿਹੜਾ? ਤੇ ਹੱਸ ਕੇ ਪਾਤਸ਼ਾਹ ਸ਼ਬਦ ਉਚਾਰਿਆ ਸੀ ਜਿਹੜਾ ਜਨਮ ਸਾਖੀ 'ਚ ਹੈ। ਸਤਿਗੁਰੂ ਕਹਿੰਦੇ ਕਲਰ ਕੀਆਂ ਵਣਜਾਰੀਆਂ ਝੁੰਗੇ ਮੁਸ਼ਕ ਮੰਗੇਣ। ਝੁੰਗਾ ਬਜ਼ੁਰਗਾਂ ਨੂੰ ਪਤਾ, ਇਹਨਾਂ ਨਿਆਣਿਆਂ ਨੂੰ ਤੇ ਨਹੀਂ ਪਤਾ। ਆਪਾਂ ਹੱਟੀ ਤੇ ਜਾਂਦੇ ਸੀ ਨਾ, ਤੇ ਹੱਟੀ ਤੇ ਜਾਂਦੇ ਸੀ ਤੇ ਉਹ ਜਿਵੇਂ ਰੁਪਈਏ ਦਾ ਸਮਾਨ ਹੈ ਤੇ ਝੁੰਗੇ 'ਚ ਦੁਕਾਨਦਾਰ ਇੱਕ ਦੀ ਟੌਫੀ ਗੋਲੀ ਦੇ ਦਿੰਦਾ ਸੀਗਾ, ਹਾਂਜੀ ਕੋਈ ਮਾੜੀ ਮੋਟੀ ਮਿੱਠਾ ਦੇ ਦੇਣਾ, ਵੀ ਬੱਚੇ ਨੂੰ ਹੁੰਦਾ ਸੀ ਵੀ ਮੈਂ ਝੁੰਗਾ ਮਿਲਣਾ, ਤੇ ਝੁੰਗਾ ਆਪਾਂ ਮੰਗ ਕੇ ਲੈ ਲੈਂਦੇ ਹੁੰਦੇ ਸੀ। ਤੇ ਹੁਣ ਜੇ ਖਰੀਦਣ ਗਏ ਆਪਾਂ ਸੌਦਾ ਰੁਪਈਏ ਦਾ ਤੇ ਝੁੰਗੇ 'ਚ ਮੰਗੀਏ 10 ਰੁਪਈਏ ਦੀ ਚੀਜ਼, ਰੁਪਈਏ ਦੀ ਚੀਜ਼ ਲੈਣਗੇ 10 ਦੀ ਥੋੜਾ ਮਿਲ ਜੇਗੀ ਝੁੰਗੇ 'ਚ, ਪੈਸੇ ਤੋਂ ਪੈਸੇ ਦੀ ਮਿਲੇਗੀ, ਆਨੇ ਤੋਂ ਆਨੇ ਦੀ ਮਿਲੇਗੀ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਕਲਰ ਖਰੀਦਣ ਆਈਆਂ, ਕਲਰ ਖਰੀਦਣ ਵਾਲੀਆਂ ਤੇ ਮੰਗਦੀਆਂ ਸਾਡੇ ਵਾਲੀ ਕਰਾਮਾਤ, ਉਹ ਝੁੰਗੇ ਥੋੜਾ ਮੁਸ਼ਕ ਕਲਰ ਕੀਆਂ ਬਣ ਜਾ ਰਹੀਆਂ, ਝੁੰਗੇ ਮੁਸ਼ਕ ਕਪੂਰ ਮਹਿੰਗੀ ਚੀਜ਼ ਹੈ, ਲੈਣ ਆਈਆਂ ਕਲਰ ਹੱਡੀ ਤੇ। ਕਲਰ ਪਹਿਲਾਂ ਉਹ ਮਾੜਾ ਮੋਟਾ ਨਾ ਕੱਪੜੇ ਧੋਣ ਦੇ ਕੰਮ ਆ ਜਾਂਦਾ ਸੀਗਾ, ਸੋਡਾ ਦੀ ਤਰ੍ਹਾਂ ਕਲਰ ਨਾਲ ਨਾ ਖੇਸ ਚਾਦਰਾਂ ਧੋਂਦੇ ਹੁੰਦੇ ਸੀਗੇ, ਤੇ ਲੈਣ ਤੇ ਆਈਆਂ ਕਲਰ ਤੇ ਕਹਿੰਦੇ ਝੁੰਗੇ 'ਚ ਮੁਸ਼ਕ ਕਪੂਰ ਦੇ ਦੇ। ਕਿਹੜਾ ਦਊ? ਕਹਿੰਦੇ ਤੁਸੀਂ ਤਾਂ ਕਲਰ ਦੀਆਂ ਬਣ ਜਾ ਰਹੀਆਂ, ਉਹ ਰੰਗਜੇਬ ਕਲਰ ਦਾ ਬਣ ਜਾ ਰਹਾ। ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਖੇਡ ਨੂੰ ਕੀ ਜਾਣੇ? ਕਹਿੰਦਾ ਮੈਨੂੰ ਤੇਗ ਬਹਾਦਰ ਦੀ ਨਹੀਂ ਲੋੜ, ਬਾਬਾ ਰਾਮ ਰਾਏ ਜੀ ਤੁਸੀਂ ਮੇਰੇ ਕੋਲ ਬੈਠੇ ਹੋ। ਰਾਮ ਰਾਏ ਸੁਨ ਬਹੁਰ ਬਖਾਨੀ। ਰਾਮ ਰਾਏ ਔਰੰਗਜ਼ੇਬ ਦੀ ਗੱਲ ਸੁਣ ਕੇ ਬੋਲਿਆ ਤੁਮ ਮਾਲਕ ਹੋ ਸਕਲ ਸਥਾਨੀ। हे ਬਾਦਸ਼ਾਹ ਸਲਾਮਤ, ਤੁਸੀਂ ਹਿੰਦੁਸਤਾਨ ਦੇ ਮਾਲਕ ਹੋ, ਸ਼ਹਿਨਸ਼ਾਹ ਹੋ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਬੰਗਲਾਦੇਸ਼ ਤੋਂ ਕਾਬਲ ਤੱਕ ਤੁਹਾਡਾ ਝੰਡਾ ਝੂਲਦਾ, ਤੁਹਾਡੀ ਨੌਬਤ ਵੱਜਦੀ ਹੈ, ਤੁਸੀਂ ਮਾਲਕ ਹਿੰਦੁਸਤਾਨ ਦੇ। ਜਿਵੇਂ ਅੱਜ ਸਾਧ ਸੰਗਤ ਜੀ ਅਮਰੀਕਾ ਵੱਡੀ ਤਾਕਤ ਹੈ ਨਾ, ਉਸ ਜ਼ਮਾਨੇ 'ਚ ਔਰ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਵੱਡੀ ਤਾਕਤ ਸੀ। ਮੱਕੇ ਮਦੀਨੇ ਤੱਕ ਮੁਸਲਮਾਨਾਂ ਦੇ ਭਾਵੇਂ ਛੋਟੇ ਛੋਟੇ ਮੁਲਕ ਬੜੇ ਸਨ, ਪਰ ਔਰੰਗਜ਼ੇਬ ਤੋਂ ਝੁਕਦੇ ਸਨ ਸਾਰੇ, ਉਹਦੇ ਸਾਹਮਣੇ ਨਹੀਂ ਸੀ ਕੋਈ ਖੰਘਦਾ। ਕਹਿੰਦੇ ਤੁਸੀਂ ਸਾਰੀ ਦੁਨੀਆ 'ਚ ਵੱਡੇ ਹੋ। ਤਿਸ ਮਹਿ ਬਸੈ ਜੇ ਨਰ ਸਮੁਦਾਏ। ਐਡਾ ਵੱਡਾ ਹਿੰਦੁਸਤਾਨ ਹੈ ਜਿਹਦੇ ਵਿੱਚ ਲੱਖਾਂ ਕਰੋੜਾਂ ਲੋਕ ਵਸਦੇ ਹਨ। ਕਿਉਂ ਨਾ ਤੁਮਾਰੋ ਕਾਜ ਬਣਾਏ। ਤੇ ਹਰ ਬੰਦੇ ਦਾ ਫਰਜ਼ ਹੈ, ਜਿਹੜੀ ਤੁਹਾਡੀ ਪਬਲਿਕ ਹੈ ਉਹ ਤੁਹਾਡਾ ਕੰਮ ਕਰੇ। ਹਰ ਬੰਦੇ ਦਾ ਪਬਲਿਕ ਦਾ ਪਰਜਾ ਦਾ ਕੰਮ ਹੈ ਕਿ ਰਾਜੇ ਦੇ ਕੰਮ ਆਵੇ। ਹਾਂਜੀ ਸੁਨ ਇਮ ਸ਼ਾਹੋ ਮੌਨ ਕਰ ਰਹੇ ਹੋ। ਔਰੰਗਜ਼ੇਬ ਨੂੰ ਬਾਬਾ ਰਾਮ ਰਾਏ ਕਹਿ ਰਿਹਾ ਵੀ ਗੁਰੂ ਤੇਗ ਬਹਾਦਰ ਦਾ ਵੀ ਫਰਜ਼ ਹੈ ਕਿ ਤੁਹਾਨੂੰ ਵੀ ਕਰਾਮਾਤ ਦਿਖਾਵੇ। ਆਖੋ ਸ੍ਰੀ ਵਾਹਿਗੁਰੂ। ਉਹ ਆਪਣੀ ਜਿਹੜਾ ਉਹ ਕੰਮ ਕਰਨਾ ਚਾਹੁੰਦਾ ਹੈ ਨਾ, ਉਹਦੀ ਗੱਲ ਕਰ ਰਿਹਾ। ਔਰੰਗਜ਼ੇਬ ਸੁਣ ਕੇ ਚੁੱਪ ਕਰ ਗਿਆ। ਅਪਰ ਪ੍ਰਸੰਗ ਚਲਿਓ ਕਿਸ ਕਹਿਓ। ਕੋਈ ਹੋਰ ਗੱਲ ਚੱਲ ਗਈ, ਬਾਦਸ਼ਾਹ ਦੀ ਕਚਹਿਰੀ 'ਚ 100 ਗੱਲਾਂ ਹੁੰਦੀਆਂ, ਉਹ ਗੱਲ ਉੱਥੇ ਠੱਪ ਹੋ ਗਈ। ਰਾਮ ਰਾਏ ਦੀ ਗੱਲ ਅਣਗੌਲੀ ਹੋ ਗਈ ਤੇ ਗੁਰੂ ਨੇ ਮੱਤ ਬਾਦਸ਼ਾਹ ਦੀ ਹੋਰ ਪਾਸੇ ਫੇਰ ਦਿੱਤੀ। ਇਹ ਬ੍ਰਿਤਾਂਤ ਭਾ ਸਭਾ ਮਜਾਰੀ। ਇਹ ਇੰਨੀ ਕੁ ਗੱਲ ਔਰੰਗਜ਼ੇਬ ਦੀ ਕਚਹਿਰੀ 'ਚ ਹੋਈ ਹੈ, ਯਾਨੀ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਦੇ ਮੂੰਹ ਤੋਂ ਸੁਣਿਆ ਹੈ। ਸੁਨਿਓ ਸੁਪੁਰ ਕੀ ਸੰਗਤ ਸਾਰੀ। ਪਰ ਇਹ ਗੱਲ ਦਿੱਲੀ ਦੀ ਸੰਗਤ 'ਚ ਪਹੁੰਚ ਗਈ। ਦਿੱਲੀ ਦੇ ਸਿੱਖ ਜਿਹੜੇ ਸਨ ਉਹ ਉੱਥੇ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਕਿਸੇ ਤਰੀਕੇ ਨਾਲ, ਕਿਉਂਕਿ ਜਿਹੜੇ ਉਦੋਂ ਮੁਸਲਮਾਨ ਵੀ ਕਈ ਸਨ ਜਿਹੜੇ ਗੁਰੂ ਘਰ ਨੂੰ ਮੰਨਦੇ ਸਨ, ਕਈ ਹਿੰਦੂ ਵੀ ਸਨ ਜਿਹੜੇ ਗੁਰੂ ਘਰ ਨੂੰ ਮੰਨਦੇ ਸਨ, ਕਈ ਸਿੱਖ ਵੀ ਸਨ ਜਿਹੜੇ ਬਾਦਸ਼ਾਹ ਦੀ ਨੌਕਰੀ ਕਰਦੇ ਸਨ। ਬਾਦਸ਼ਾਹ ਦੀ ਗੱਲ ਜਿਹੜੀ ਕਚਹਿਰੀ ਦੀ ਹੁੰਦੀ ਸੀ ਉਹ ਸਿੱਖਾਂ ਨੂੰ ਬਹੁਤ ਮਿਲ ਜਾਂਦੀ ਸੀ। ਤੇ ਇਹ ਜਦੋਂ ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਵੀ ਰਾਮ ਰਾਏ ਨੇ ਅੱਜ ਆਹ ਤੀਰ ਛੱਡਿਆ ਤੇ ਔਰੰਗਜ਼ੇਬ ਨੇ ਆਹ ਗੱਲ ਕਹੀ ਹੈ, ਉਹ ਸਾਰੀ ਸੰਗਤ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਹਾਂਜੀ ਰਾਮ ਰਾਏ ਇਨ ਸੰਗ ਖੁਟਾਈ। ਰਾਮ ਰਾਏ ਹਟਦਾ ਨਹੀਂ। ਪਹਿਲਾਂ ਇਹਨੇ ਗੁਰੂ ਮਹਾਰਾਜ 8ਵੇਂ ਪਾਤਸ਼ਾਹ ਦੇ ਨਾਲ ਸਾਧਸਾਂ ਕੀਤੀਆਂ, ਹੁਣ ਗੁਰੂ ਤੇਗ ਬਹਾਦਰ ਨਾਲ ਵੀ ਕਰਨ ਲੱਗ ਪਿਆ ਹੈ। ਕਰਿਓ ਚਹਿਤ ਹੈ ਬਹੁ ਬਿਦਤਾਈ। ਇਹ ਖੁਟਿਆਈ ਕਰਦਾ ਹੈ ਗੁਰੂ ਘਰ ਦੇ ਨਾਲ। ਦਿੱਲੀ ਦੀ ਸੰਗਤ ਵਿੱਚ ਕਾਫੀ ਸਿੱਖ ਦਿੱਲੀ ਦੇ ਬਾਬੇ ਰਾਮ ਰਾਏ ਨੂੰ ਮੰਨਦੇ ਸਨ ਤੇ ਕਾਫੀ ਨਹੀਂ ਸਨ ਮੰਨਦੇ। ਜਿਹੜੇ ਰਾਮ ਰਾਏ ਨੂੰ ਮੰਨਣ ਵਾਲੇ ਸਨ ਉਹ ਤਾਂ ਬਹੁਤਾ ਨੋਟਿਸ ਨਹੀਂ ਸੀ ਲੈਂਦੇ, ਪਰ ਜਿਹੜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਮੰਨਦੇ ਸੀ ਜਾਂ ਗੁਰੂ ਹਰਰਾਏ ਸਾਹਿਬ ਦੇ ਬਚਨਾਂ ਦੇ ਪਹਿਰਾ ਦਿੰਦੇ ਸੀ ਵੀ ਇਹ ਬਾਣੀ ਦੀ ਤੁਕ ਉਲਟਾਈ ਹੈ, ਉਹ ਨਹੀਂ ਸੀ ਮੱਥੇ ਲਾਉਂਦੇ।
ਉਹ ਫਿਰ ਚਰਚਾ ਚੱਲ ਪਈ ਦਿੱਲੀ ਦੇ ਸਿੱਖਾਂ ਵਿੱਚ ਵੀ ਰਾਮ ਰਾਏ ਠੀਕ ਨਹੀਂ ਕਰ ਰਿਹਾ, ਇਹਨੂੰ ਇਦਾਂ ਦੀਆਂ ਹਰਕਤਾਂ, ਗੁਰੂ ਦਾ ਪੁੱਤਰ ਹੈ ਅਕਸਰ, ਇਹ ਕਰਨਾ ਨਹੀਂ ਚਾਹੀਦਾ। ਮਿਲ ਹੈ ਪਰਸ ਪਰ ਸਿੱਖ ਸਭ ਕਹੈ। ਦਿੱਲੀ ਦੇ ਸਿੱਖ ਜਦੋਂ ਆਪਸ 'ਚ ਮਿਲਦੇ ਗੱਲਾਂ ਬਾਤਾਂ ਕਰਦੇ ਗੁਰਦੁਆਰਿਆਂ ਵਿੱਚ, ਇਹ ਉਤਪਾਤ ਕਰਤ ਹੀ ਰਹੈ। ਕਹਿੰਦੇ ਰਾਮ ਰਾਏ ਕੋਈ ਨਾ ਕੋਈ ਉਤਪਾਤ ਕਰਦਾ ਹੀ ਰਹਿੰਦਾ ਹੈ। ਪੁਨ ਕੇਤਕ ਦਿਨ ਦੀਨ ਬਤਾਏ। ਇਸ ਤਰ੍ਹਾਂ ਕੁਝ ਦਿਨ ਹੋਰ ਬੀਤ ਗਏ। ਪੁਨ ਸੰਗਤ ਮਿਲ ਕਰ ਸਮੁਦਾਏ। ਫਿਰ ਦਿੱਲੀ ਦੀ ਸਾਰੀ ਸੰਗਤ ਇਕੱਠੀ ਹੋਈ ਹੈ। ਦਰਸ਼ਨ ਕੀ ਲਾਲਸ ਬਹੁ ਜਾਗੀ। ਦਿੱਲੀ ਦੇ ਸਿੱਖਾਂ ਦੇ ਮਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੋ ਗਈ। ਭਏ ਤਿਆਰ ਕੇਤਕ ਬੜ ਭਾਗੀ। ਵੱਡੇ ਭਾਗਾਂ ਵਾਲੇ ਗੁਰੂ ਦੇ ਲਾਲ ਦਿੱਲੀ ਦੇ ਸਿੱਖ ਅਨੰਦਪੁਰ ਸਾਹਿਬ ਜਾਣ ਲਈ ਤਿਆਰ ਹੋਏ ਨੇ। ਲੈ ਲੈ ਵਸਤ ਅਜਾਇਬ ਚਲੇ। ਦਿੱਲੀ ਦੇ ਸਿੱਖ ਬੜੇ ਬੜੇ ਵਧੀਆ ਤੋਹਫੇ, ਸ਼ਸਤਰ, ਬਸਤਰ, ਘੋੜੇ, ਮਾਇਆ ਲੈ ਕੇ ਚੱਲ ਪਏ। ਤਨ ਗਨ ਲੀਨ ਰਜਾਵਨ ਭਲੇ। ਕਿਸੇ ਨੇ ਮਾਇਆ ਚੁੱਕੀ ਹੈ, ਕਿਸੇ ਨੇ ਬਸਤਰ ਚੁੱਕਿਆ ਹੈ, ਕਿਸੇ ਨੇ ਕੋਈ ਚੰਗਾ ਘੋੜਾ, ਜੋ ਜੋ ਕੋਈ ਸ਼ਰਧਾ ਦੇ ਨਾਲ ਲਿਆ ਸਕਦਾ ਸੀ, ਦਿੱਲੀ ਦੇ ਸਿੱਖ ਲੈ ਕੇ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਵੱਲ ਤੁਰ ਪਏ ਨੇ। ਸਿਮਰਤ ਸਤਿਗੁਰ ਕੋ ਚਲ ਆਏ। ਗੁਰੂ 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 ਜਪਦੇ। ਪਹਿਲਾਂ ਸਿੱਖ ਜਦੋਂ ਯਾਤਰਾ ਤੇ ਜਾਂਦੇ ਸੀ ਨਾ, ਉਹ ਸਾਰੇ ਰਸਤੇ 'ਚ ਬਾਣੀ ਪੜ੍ਹਦੇ ਸੀ। ਅੱਜ ਕੱਲ੍ਹ ਆਪਾਂ ਗੁਰਦੁਆਰਿਆਂ ਦੀ ਯਾਤਰਾ ਤੇ ਜਾਂਦੇ ਹਾਂ, ਇੱਧਰ ਉੱਧਰ ਦੇ ਬਚਨ ਕਰਦੇ ਹਾਂ। ਜੇ ਗੁਰੂ ਘਰ ਨੂੰ ਤੁਰ ਪਏ ਨਾ, ਪਹਿਲਾ ਕਦਮ ਅਰਦਾਸ ਕਰਕੇ ਪੁੱਟੋ। ਸਾਰੇ ਰਸਤੇ 'ਚ ਬਾਣੀ ਪੜ੍ਹੋ, ਮੂਲ ਮੰਤਰ ਪੜ੍ਹੋ, ਵਾਹਿਗੁਰੂ ਹੀ ਜਪ ਲਓ। ਜੇ ਕੁਛ ਨਹੀਂ ਆਉਂਦਾ ਤੇ ਬਾਣੀ ਨਹੀਂ ਆਉਂਦੀ, ਵਾਹਿਗੁਰੂ ਵਾਹਿਗੁਰੂ ਜਪ ਲਓ, ਮੂਲ ਮੰਤਰ ਜਪ ਲਓ, ਜਪਜੀ ਸਾਹਿਬ ਪੜ੍ਹ ਲਓ, ਸ਼ਬਦ ਪੜ੍ਹ ਲਓ, ਕਥਾ ਸੁਣ ਲਓ। ਵੀ ਗੁਰੂ ਘਰ ਜਾਈਏ, ਸਾਰਾ ਧਿਆਨ ਗੁਰੂ ਦੇ, ਉੱਥੇ ਵੀ 2-4 ਦਿਨ ਰਹੀਏ ਤੇ ਗੁਰੂ ਦੇ, ਵਾਪਸ ਆਈਏ ਤੇ ਉਹ ਤਾਂ ਯਾਤਰਾ ਲੱਗਦੀ ਹੈ। ਤੇ ਜੇ ਆਪਾਂ ਗਏ ਗੱਲਾਂ ਮਾਰਦੇ, ਜਾ ਕੇ ਕਮਰਾ ਏਸੀ ਲਿਆ, ਉੱਥੇ ਸੌਂ ਕੇ ਮੱਥਾ ਟੇਕਿਆ ਤੇ ਇੱਕ ਲੰਗਰ ਛਕਿਆ, ਘਰ ਨੂੰ ਆ ਗਏ, ਲਾਭ ਪੂਰਾ ਨਹੀਂ ਮਿਲਦਾ। ਦਰਸ਼ਨਾਂ ਦਾ ਲਾਭ ਮਿਲਦਾ 2-4% ਮਿਲਦਾ, 100 ਨਹੀਂ ਮਿਲਦਾ। 100 ਲੈਣਾ ਦਾ ਤਰੀਕਾ। ਸਿੱਖਾਂ ਨੇ ਤੁਰੇ ਚਾਲੇ ਪਾਏ, ਬਾਣੀ ਪੜ੍ਹਦੇ ਤੁਰੇ ਹਨ। ਪੰਥ ਆਨੰਦਪੁਰੇ ਨੀਰਾਏ। ਸ੍ਰੀ ਅਨੰਦਪੁਰ ਸਾਹਿਬ ਦਿੱਲੀ ਤੋਂ 300 ਕਿਲੋਮੀਟਰ ਪੈ ਜਾਂਦਾ। ਸ੍ਰੀ ਅਨੰਦਪੁਰ ਸਾਹਿਬ ਵੱਲ ਤੁਰੇ, ਜਿੱਥੇ ਵੀ ਰਾਤ ਪੈਂਦੀ ਰੁਕਦੇ, ਸਵੇਰੇ ਤੁਰ ਪੈਂਦੇ ਹਨ। ਹਰਖੇ ਜਬ ਹੈ ਪ੍ਰਵੇਸ਼ੇ ਪੁਰ ਮੈਂ। ਬੜੀ ਖੁਸ਼ੀ ਨਾਲ ਸ੍ਰੀ ਅਨੰਦਪੁਰ ਸਾਹਿਬ ਆ ਕੇ ਵੇਖਿਆ, ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਪ੍ਰਥਮ ਸਿਵਰ ਕੋ ਕਰ ਸੁਖ ਉਰਮੈ। ਪਹਿਲਾਂ ਡੇਰਾ ਕੀਤਾ ਹੈ, ਤੰਬੂ ਲਾਏ ਹਨ, ਆਪਣਾ ਟਿਕਾਣਾ ਲਾਇਆ ਹੈ, ਆਸਣ ਲਾਇਆ ਹੈ। ਪਾਏ ਰੋਪਾਨ ਪਖਾਰੇ ਪਾਨੀ। ਫਿਰ ਹੱਥ ਪੈਰ ਧੋਏ ਹਨ, ਮੂੰਹ ਧੋਇਆ, 5 ਇਸ਼ਨਾਨੇ ਕੀਤੇ ਹਨ। ਵਸਤਰ ਪਹਿਰ ਕਰ ਸ਼ਰਮ ਕੋ ਹਾਨੀ। ਤੇ ਇਸ਼ਨਾਨ ਕੀਤੇ ਹਨ, ਬਸਤਰ ਬਦਲੇ ਹਨ। ਕਿਉਂਕਿ ਸਫ਼ਰ ਜਦੋਂ ਵੀ ਗੁਰਦੁਆਰੇ ਜਾਓ ਨਾ, ਹਜੂਰ ਸਾਹਿਬ ਜਾਣ ਦੀ ਮਰਜ਼ਾਦਾ ਪੁਰਾਤਨ ਸਿੰਘਾਂ ਤੋਂ ਅਸੀਂ ਸੁਣੀ ਹੈ। ਜਾਂ ਅੰਮ੍ਰਿਤਸਰ ਵੀ ਜਾਈਏ, ਪਹਿਲੀ ਰਾਤ ਜਾਓ ਤੇ ਉੱਥੇ ਕਮਰਾ ਲੈ ਕੇ ਆਰਾਮ ਹੀ ਕਰੋ, ਇਸ਼ਨਾਨ ਕਰੋ ਅੰਮ੍ਰਿਤ ਵੇਲੇ ਉੱਠ ਕੇ, ਸਾਰੇ ਕੇਸੀ ਇਸ਼ਨਾਨ ਕਰਕੇ ਨਵੇਂ ਸਾਫ਼ ਬਸਤਰ ਪਾਓ ਧੋਏ ਹੋਏ। ਫੇਰ ਮਹਾਰਾਜ ਦੇ ਦਰਬਾਰ ਜਾਓ। ਆਪਾਂ ਜਾਂਦੇ ਆ, ਜੋੜੇ ਲਾਏ ਤੇ ਵੜ ਗਏ ਅੰਦਰ, ਪਤਾ ਨਹੀਂ ਕਿੰਨੀ ਪਸੀਨਾ ਸਰੀਰ ਤੇ ਆਇਆ ਹੁੰਦਾ, ਮਹਾਰਾਜ ਦੇ ਸਰੋਵਰ 'ਚ ਵੜ ਜਾਂਦੇ ਆ, ਜਾਂ ਦਰਬਾਰ ਸਾਹਿਬ ਜਾਂ ਕਿਤੇ ਵੀ ਜਾਈਏ। ਮਰਜ਼ਾਦਾ ਇੱਕ ਰਾਤ ਘੱਟੋ ਘੱਟ ਪਹਿਲਾਂ, ਜੇ ਆਪਾਂ ਉਸ ਦਿਨ ਵੀ ਜਾਣਾ ਤਾਂ ਫਿਰ ਇਸ਼ਨਾਨ ਕਰਕੇ ਜਾਓ। ਜੇ ਆਪਣੇ ਕੋਲ ਟਾਈਮ ਦੀ ਕਮੀ ਹੈ, ਮੰਨ ਲਓ ਨਹੀਂ ਰਾਤ ਰਹਿ ਸਕਦੇ, ਤਾਂ ਘੱਟੋ ਘੱਟ ਇਸ਼ਨਾਨ ਕਰਕੇ, ਬਸਤਰ ਪਹਿਨ ਕੇ, ਕੰਘਾ ਕਰਕੇ ਫੇਰ ਮਹਾਰਾਜ ਦੇ ਦਰਬਾਰ 'ਚ ਹਾਜ਼ਰ ਹੋਵੋ। ਇਹ ਮਰਜ਼ਾਦਾ ਹੈ। ਸੋ ਸਿੱਖਾਂ ਨੇ ਇਸ਼ਨਾਨ ਪਾਣ ਕੀਤੇ ਹਨ। ਸਭ ਅਕੋਰ ਲੈ ਗੁਰ ਟਿਕ ਗਏ। ਫਿਰ ਆਪਣੀਆਂ ਪ੍ਰੇਮ ਭੇਟਾਵਾਂ ਜੋ ਜੋ ਲੈ ਕੇ ਆਏ ਸੀ, ਕੋਈ ਬਸਤਰ ਲੈ ਕੇ ਆਇਆ ਸੀ, ਕੋਈ ਸ਼ਸਤਰ ਲੈ ਕੇ ਆਇਆ ਸੀ, ਕੋਈ ਘੋੜੇ ਲੈ ਕੇ ਆਇਆ ਸੀ, ਕੋਈ ਮਾਇਆ ਲੈ ਕੇ ਆਇਆ ਸੀ, ਉਹ ਆਪਣੀਆਂ ਆਪਣੀਆਂ ਭੇਟਾਂ ਚੁੱਕ ਕੇ ਤੁਰ ਪਏ ਹਨ। ਮਹਾ ਮਸੰਦ ਅਗਾਊ ਪਏ। ਦਿੱਲੀ ਦੇ ਵੱਡੇ ਬੰਦੇ ਮਸੰਦ ਅੱਗੇ ਤੁਰੇ ਜਾਂਦੇ ਹਨ, ਸੰਗਤ ਨੂੰ ਲੈ ਕੇ ਆਏ ਹਨ। ਜਿਹੜੇ ਚਰਨ ਕਮਲ ਪਰ ਅਰਪ ਅਕੋਰ। ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਆਪਣੀਆਂ ਭੇਟਾਂ ਰੱਖੀਆਂ ਹਨ। ਆਪ ਬੰਦਨ ਸਨਮੁਖ ਕਰ ਜੋਰ। ਸਨਮੁਖ ਹੱਥ ਜੋੜ ਕੇ ਗਰੀਬ ਨਵਾਜ ਨੂੰ ਮੱਥਾ ਟੇਕਿਆ ਹੈ। ਬੈਠੇ ਦਰਸ਼ਨ ਕਰ ਹਰ ਖਾਏ। ਮਹਾਰਾਜ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆ ਗਈ, ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾਂ ਸਾਹਮਣੇ।
ਬਹੁਤ ਜਗਦਾਰੀ ਸਨ ਗੁਰੂ ਤੇਗ ਬਹਾਦਰ। ਗੋਰਾ ਚਿੱਟਾ ਰੰਗ, ਸੁੰਦਰ ਨੈਣ ਨਕਸ਼ੇ, ਜਿਵੇਂ ਛੇਵੇਂ ਪਾਤਸ਼ਾਹ ਬੜੇ ਜਵਾਨ ਤੇ ਸੋਹਣੇ ਸਨ, ਉਦਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੜੇ ਸੁੰਦਰ ਸਰੂਪ ਸਨ। ਦਰਸ਼ਨ ਕਰਕੇ ਫਿਰ ਭਗਤੀ ਦਾ ਪ੍ਰਤਾਪ ਸੀ, ਉਹ ਦੇਖ ਕੇ ਮਨ ਦੇ ਸਾਰੇ ਵਿਕਾਰ ਨਸ਼ਟ ਹੋ ਗਏ, ਸ਼ਾਂਤੀ ਆ ਗਈ। ਕੁਸ਼ਲ ਪ੍ਰਸ਼ਨ ਕੋ ਕੀਨ ਸੁਨਾਏ। ਮਹਾਰਾਜ ਨੇ ਸਭ ਦਾ ਹਾਲ ਚਾਲ ਪੁੱਛਿਆ, ਭਾਈ ਦਿੱਲੀ ਦੇ ਸਿੱਖੋ ਸੁਣਾਓ, ਤੁਹਾਡਾ ਪਰਿਵਾਰਾਂ ਦਾ, ਘਰ-ਬਾਰ ਦਾ, ਕਾਰੋਬਾਰ ਦਾ, ਸੁੱਖ ਸ਼ਾਂਤ ਸਾਰਾ ਪੁੱਛਿਆ ਹੈ। ਬੇਨਤੀ ਕਰ ਕਰ ਬਿਤ ਅਰਪੰਤੇ। ਤੇ ਸਿੱਖਾਂ ਨੇ ਬੇਨਤੀਆਂ ਕਰ ਕਰਕੇ ਮਹਾਰਾਜ ਗਰੀਬਾਂ ਦੀ ਭੇਟਾ ਪ੍ਰਵਾਨ ਕਰੋ। ਕਿਸੇ ਨੇ ਮਾਇਆ ਭੇਟਾ ਕੀਤੀ, ਕਿਸੇ ਨੇ ਸ਼ਸਤਰ, ਕਿਉਂਕਿ ਛੇਵੇਂ ਪਾਤਸ਼ਾਹ ਤੋਂ ਬਾਅਦ ਜਿੰਨੇ ਵੀ ਮਹਾਰਾਜ ਹੋਏ ਨੇ ਨਾ, ਸ਼ਸਤਰਧਾਰੀ ਹੋਏ। ਆਮ ਜਿਹੜੀਆਂ ਅੱਜ ਕੱਲ੍ਹ ਪੇਂਟਿੰਗਾਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਬਣਾਉਂਦੇ, ਬਿਨਾਂ ਸ਼ਸਤਰਾਂ ਦੇ ਬਣਾਉਂਦੇ, ਪਰ ਜਿਹੜੀਆਂ ਤੁਸੀਂ 18ਵੀਂ ਤੇ 19ਵੀਂ ਸਦੀ 'ਚ ਫੋਟੋਆਂ ਦੇਖੋਗੇ ਨਾ ਮਹਾਰਾਜ ਦੀਆਂ, ਵੱਡੀ ਤੇਗ ਗਾਤਰੇ ਆ, ਕਲਗੀ ਲੱਗੀ ਹੁੰਦੀ, ਤੀਰ ਕਮਾਨ, ਪੂਰੇ ਸ਼ਸਤਰ ਗੁਰੂ ਤੇਗ ਬਹਾਦਰ ਸਾਹਿਬ ਸਜਾਉਂਦੇ ਸਨ, ਘੋੜੇ ਦੀ ਸਵਾਰੀ ਕਰਦੇ, ਪੂਰਾ ਜੰਗੀ ਪਹਿਰਾ ਸੀਗਾ। ਤੇ ਉਹ ਬਸਤਰ ਸ਼ਸਤਰ ਨੌਵੀਂ ਪਾਤਸ਼ਾਹੀ ਜੀ ਨੂੰ ਭੇਟਾ ਕੀਤੇ ਹਨ। ਸਭ ਸਿੱਖੀਆਂ ਕੇ ਨਾਮ ਪਨੰਤੇ। ਤੇ ਫਿਰ ਉਹਨਾਂ ਦੇ ਨਾਂ ਸਿੱਖਾਂ ਦੇ ਬਸੰਦਾਂ ਨੇ, ਫਲਾਣਾ ਸਿੱਖ ਹੈ ਜੀ, ਵੱਡੇ ਵੱਡੇ ਸ਼ਾਹੂਕਾਰ ਸਨ, ਸੇਠ ਸਨ ਦਿੱਲੀ ਦੇ, ਇਹ ਮਹਾਰਾਜ ਜੀ ਫਲਾਣਾ ਸਿੱਖ ਹੈ, ਜਿੱਦਾਂ ਦੇ ਵੀ ਉਹਨਾਂ ਦੇ ਸਾਰਿਆਂ ਦੀ ਜਿਵੇਂ ਆਪਾਂ ਜਾਣਕਾਰੀ ਦਿੱਤੀ, ਗੁਰੂ ਸਾਹਿਬ ਨਾਲ ਗੱਲਬਾਤ ਕੀਤੀ ਹੈ। ਮਹਾਰਾਜ ਇਹ ਦਸਵੰਧ ਲਿਆਇਓ। ਅਰਦਾਸ ਕਰ ਰਹੇ ਮਹਾਰਾਜ ਇਹ ਫਲਾਣਾ ਸਿੱਖ ਹੈ, ਇਹ ਆਪਣੀ ਕਿਰਤ ਚੋਂ ਇੰਨਾ ਦਸਵੰਧ ਲੈ ਕੇ ਆਇਆ ਹੈ। ਇਨਹਿ ਮਨੋਰਥ ਗੁਰ ਤੇ ਪਾਇਓ। ਇਹ ਫਲਾਣੇ ਸਿੱਖ ਦਾ ਮਹਾਰਾਜ ਆਪ ਜੀ ਨੇ ਕਾਰਜ ਰਾਜ ਕੀਤਾ ਹੈ, ਆਪ ਜੀ ਦੀ ਕਿਰਪਾ ਹੋਈ ਹੈ, ਇਹਦੇ ਘਰ ਪੁੱਤਰ ਹੋਇਆ ਹੈ। ਇਹ ਮਹਾਰਾਜ ਦਾ ਕਾਰੋਬਾਰ ਠੀਕ ਹੋਇਆ, ਇਹ ਮੁਕੱਦਮਾ ਜਿੱਤਿਆ, ਇਹਦੀ ਬਿਮਾਰੀ ਠੀਕ ਹੋਈ ਹੈ। ਜਿੱਦਾਂ ਜਿੱਦਾਂ ਦੀ ਕਿਸੇ ਦੀ ਕਾਰਜ, ਸਾਰੀਆਂ ਅਰਦਾਸਾਂ ਹੋਈਆਂ ਹਨ। ਇਸਨੇ ਇਹ ਮਨੋਤ ਮਨ ਮਾਨੀ। ਮਹਾਰਾਜ ਇਹ ਫਲਾਣਾ ਸਿੱਖ ਹੈ ਜੀ, ਇਹਨੇ ਆ ਮਨੋਤ ਮੰਨੀ ਸੀ, ਅਰਦਾਸ ਕੀਤੀ ਸੀ। ਇਸ ਕੀ ਤੁਮ ਸਹਾਇਤਾ ਠਾਨੀ। ਇਹ ਸਿੱਖ ਦੀ ਆਪ ਜੀ ਨੇ ਇਹ ਸਹਾਇਤਾ ਕੀਤੀ ਹੈ ਗੁਰੂ ਜੀ। ਇਸ ਸਿੱਖ ਕੋ ਰੁਜ ਤਨ ਤੇ ਹਰਿਓ। ਆ ਸਿੱਖ ਮਹਾਰਾਜ ਜੀ ਬਿਮਾਰ ਰਹਿੰਦਾ ਸੀ, ਇਹਨੇ ਅਰਦਾਸ ਕੀਤੀ, ਆਪ ਜੀ ਨੇ ਇਹਦੀ ਬਿਮਾਰੀ ਦੂਰ ਕਰ ਦਿੱਤੀ ਹੈ। ਇਹ ਚਾਹਤ ਸਫਲਿਓ ਤਨ ਕਰਿਓ। ਇਹ ਆਪਣੀ ਮਾਇਆ ਸਫਲੀ ਕਰਨ ਲਈ ਲੈ ਕੇ ਆਇਆ ਹੈ। ਇਤਿਆਦਿਕ ਅਰਦਾਸ ਪ੍ਰਕਾਸ਼। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਅਰਦਾਸਾਂ ਆਪੋ ਆਪਣੀਆਂ ਕਰਵਾਈਆਂ ਹਨ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ। ਤਰਹਿ ਅਕੋਰ ਚਰਨ ਕੇ ਪਾਸ। ਸੰਗਤਾਂ ਦੀਆਂ ਭੇਟਾਵਾਂ ਗੁਰੂ ਚਰਨਾਂ 'ਚ ਰੱਖ ਰੱਖ ਕੇ ਬੇਵੜੇ ਅਰਦਾਸ ਕਰੀ ਜਾਂਦੇ ਆ, ਤੇ ਗੁਰੂ ਸਾਹਿਬ ਨੂੰ ਦੱਸ ਰਹੇ ਆ, ਮਹਾਰਾਜ ਫਲਾਣਾ ਸਿੱਖ ਹੈ, ਫਲਾਣਾ ਸਿੱਖ ਹੈ। ਸੁਮਤਵੰਤ ਗੁਰ ਬਖਸ਼ ਮਸੰਦ। ਬਹੁਤ ਵੱਡਾ ਗੁਰੂ ਦਾ ਮਸੰਦ ਦਿੱਲੀ ਤੋਂ ਭਾਈ ਗੁਰਬਖਸ਼, ਬਹੁਤ ਸਿਆਣਾ ਸੀ, 8ਵੇਂ ਪਾਤਸ਼ਾਹ ਦਾ ਮੇਨ ਮਸੰਦ ਉਹ ਸੀਗਾ। ਉਹ ਹੁਣ ਦਿੱਲੀ ਦੀ ਸੰਗਤ ਨੂੰ ਮਹਾਰਾਜ 9ਵੇਂ ਪਾਤਸ਼ਾਹ ਕੋਲ ਲੈ ਕੇ ਪਹਿਲੀ ਵਾਰ ਦਿੱਲੀ ਦੀ ਸੰਗਤ ਹਜੂਰ ਦੇ ਦਰਸ਼ਨ ਕਰ ਰਹੀ ਹੈ। ਜਿਸ ਕੇ ਸਿੱਖ ਅਨੁਸਾਰ ਬਿਲੰਦ। ਦਿੱਲੀ ਦੇ ਹਜ਼ਾਰਾਂ ਸਿੱਖ ਭਾਈ ਗੁਰਬਖਸ਼ ਦੇ ਤਾਬੇਦਾਰ ਸਨ, ਉਹਦੇ ਅਨੁਸਾਰ ਚੱਲਦੇ ਸਨ। ਪੁਨ ਕਰ ਜੋਰ ਪ੍ਰਸੰਗ ਉਚਾਰੇ। ਜਦੋਂ ਸਾਰਿਆਂ ਦਾ ਅਰਦਾਸਾ ਹੋ ਗਿਆ, ਸਾਰਿਆਂ ਦੀ ਗੁਰੂ ਸਾਹਿਬ ਜੀ ਨਾਲ ਪਰਿਚੈ ਹੋ ਗਿਆ, ਫਿਰ ਬੈਠ ਗਈ ਸੰਗਤ। ਫਿਰ ਭਾਈ ਗੁਰਬਖਸ਼ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸ਼੍ਰੀ ਹਰਿ ਕ੍ਰਿਸ਼ਨ ਬਿਕੁੰਠ ਸਿਧਾਰੇ। ਕਿਉਂਕਿ ਜਦੋਂ ਮਹਾਰਾਜ 8ਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਸਨ, ਉਸ ਵੇਲੇ ਭਾਈ ਗੁਰਬਖਸ਼ ਕੋਲ ਸੀਗਾ। ਭਾਈ ਗੁਰਬਖਸ਼ ਕਹਿ ਰਿਹਾ ਵੀ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਾਸ ਦੇ ਹੱਥਾਂ ਵਿੱਚ ਚਾਲਾ ਪਾਇਆ ਸੀ। ਅੰਤ ਸਮੈ ਮੁਝ ਸੰਗ ਬਖਾਨਾ। ਭਾਈ ਗੁਰਬਖਸ਼ ਕਹਿੰਦਾ ਵੀ ਜਦੋਂ ਮਹਾਰਾਜ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ, ਮੈਨੂੰ ਕਿਹਾ ਸੀ ਉਹਨਾਂ ਨੇ, ਬਾਬਾ ਬਸੈ ਬਕਾਲੇ ਥਾਨਾ। ਉਹਨਾਂ ਨੇ ਕਿਹਾ ਸੀ ਗੁਰਬਖਸ਼ ਨੂੰ, ਭਾਈ ਕਿ ਸਾਡੇ ਬਾਬਾ ਜੀ ਬਕਾਲੇ 'ਚ ਵਸਦੇ ਹਨ। ਸੋ ਸਰੂਪ ਤੁਮ ਦੇਖੇ ਆਏ। ਤੇ ਜਿਵੇਂ ਮਹਾਰਾਜ ਨੇ ਮੈਨੂੰ ਕਿਹਾ ਸੀ, ਮੈਂ ਦੇਖ ਲਿਆ। ਅੱਜ ਮੇਰਾ ਮਨ ਸ਼ਾਂਤ ਹੋ ਗਿਆ ਵੀ ਜੋ 8ਵੇਂ ਪਾਤਸ਼ਾਹ ਜੀ ਦੇ ਬਚਨ ਸਨ ਪੂਰਨ ਸੱਚ ਹੋਏ ਹਨ। ਆਪ ਜੀ ਉਸ ਗੱਦੀ ਦੇ ਹੱਕਦਾਰ, ਗੱਦੀ ਦੇ ਅਧਿਕਾਰੀ ਹੋ, ਸੋ ਮੇਰਾ ਤੁਹਾਡੇ ਚਰਨਾਂ 'ਚ ਨਮਸਕਾਰ ਹੈ। ਦਾਸਨ ਲੋਕ ਪ੍ਰਲੋਕ ਸਹਾਏ। ਆਪ ਜੀ ਦਾ ਆਪਣੇ ਸੇਵਕਾਂ ਦੇ ਲੋਕ ਪਰਲੋਕ ਦੇ ਰਾਖੇ ਹੋ ਸਤਿਗੁਰੂ ਜੀ। ਸ਼੍ਰੀ ਗੁਰ ਮੁਸਕਾਏ ਮੁਖ ਕਹਿਓ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਸਭ ਤੋਂ ਨੇੜਲਾ ਸਿੱਖ,
ਜਦੋਂ ਇਹ ਮਹਾਰਾਜ ਨੂੰ ਮਿਲਿਆ, ਉਹਨੇ ਬੇਨਤੀ ਕੀਤੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਨ ਦੀ ਸਾਰੀ ਕਥਾ ਵੀ ਉਹਨੇ ਸੁਣਾਈ, ਕਿਉਂਕਿ ਉਹ ਨਾਲ ਸੀ ਨਾ। ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੁਸਕਰਾ ਕੇ ਭਾਈ ਗੁਰਬਖਸ਼ ਨੂੰ ਕਹਿੰਦੇ ਹਨ, ਰਾਮ ਰਾਏ ਕੈਸੇ ਕਹਿ ਲਹਿਓ। ਹਾਂ, ਮਹਾਰਾਜ ਕਹਿੰਦੇ ਭਾਈ ਗੁਰਬਖਸ਼ ਜੀ, ਸਾਡੇ ਦੂਜੇ ਪੋਤੇ ਦਾ ਕੀ ਹਾਲ ਹੈ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਬੇ ਰਾਮ ਰਾਏ ਹੋਰਾਂ ਨੂੰ ਕਿਵੇਂ ਜਾਣਦੇ ਹੋ? ਸ਼ਾਹੋ ਨਿਕਟ ਕਿਮ ਪਹੁੰਚੇ ਜਾਏ। ਕਿਸ ਤਰ੍ਹਾਂ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ। ਅੱਜ ਕੱਲ੍ਹ ਅੰਤਰਜਾਮੀ ਸਤਿਗੁਰਾਂ ਨੂੰ ਸਭ ਪਤਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੇ ਮਹਾਰਾਜ ਨੇ ਪਹਿਲਾਂ ਦੇ ਸਿੱਖਾਂ ਨਾਲ ਬਹੁਤ ਸਾਰੇ ਬਚਨ ਵਿਲਾਸ ਹੋ ਗਏ। ਫਿਰ ਜਿਹੜਾ ਉਹ ਬਚਨ ਸੀ ਉਹ ਵੀ ਹੋਣਾ ਹੀ ਸੀ, ਕਿਉਂਕਿ ਜੋ ਹਾਲਾਤ ਹੁੰਦੇ ਆ ਨਾ ਸਮਾਜ ਦੇ, ਉਹ ਵੀ ਗੁਰੂ ਸਾਹਿਬਾਂ ਨੂੰ ਵਿਚਾਰਨੇ ਪੈਂਦੇ। ਮਹਾਰਾਜ ਕਹਿੰਦੇ ਸਾਡਾ ਪੋਤਾ ਅੱਜ ਕੱਲ੍ਹ ਕੀ ਕਰ ਰਿਹਾ ਹੈ? ਕਿਮ ਤਿਨ ਸਰਾਪ ਦੀਨ ਰਿਸ ਪਾਏ। ਜਿਹੜਾ ਉਹਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਸਰਾਪ ਦਿੱਤਾ, ਉਹ ਕਿਉਂ ਦਿੱਤਾ, ਕਿਵੇਂ ਦਿੱਤਾ, ਉਹ ਵੀ ਸੁਣਾਓ ਕਥਾ ਸਾਰੀ। ਕੀਰਤਪੁਰ ਤੇ ਪ੍ਰਥਮ ਹਕਾਰੇ। ਪਹਿਲਾਂ ਕੀਰਤਪੁਰ ਸਾਹਿਬ ਤੋਂ 8ਵੇਂ ਪਾਤਸ਼ਾਹ ਨੂੰ ਦਿੱਲੀ ਸੱਦਿਆ। ਤੁਰਕੇਸ਼ਵਰ ਕੋ ਸੀਖ ਸਿਖਾਰੇ। ਫਿਰ ਔਰੰਗਜ਼ੇਬ ਦੇ ਕੰਨ ਭਰੇ ਵੀ ਕਰਾਮਾਤ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਵੇਖੋ। ਜਬ ਪਹੁੰਚੇ ਤਬ ਕਿਉਂ ਦੁੱਖ ਪਾਇਓ। ਤੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਚਲੇ ਗਏ ਤੇ ਰਾਮ ਰਾਏ ਫਿਰ ਤਕਲੀਫ ਕਿਉਂ ਹੋਈ? ਜੇ ਪਹਿਲਾਂ ਉਹਦੇ ਗਏ ਤੇ ਹੀ ਗਏ ਨੇ ਮਹਾਰਾਜ। ਜੇ ਮਹਾਰਾਜ ਨੂੰ ਤਾਂ ਇੱਛਾ ਹੀ ਨਹੀਂ ਸੀ ਦਿੱਲੀ ਜਾਣ ਦੀ। ਔਰੰਗਜ਼ੇਬ ਨੂੰ ਰਾਮ ਰਾਏ ਨੇ ਚੁੱਕ ਦਿੱਤੀ। ਔਰੰਗਜ਼ੇਬ ਨੇ ਆਪਣੇ ਬਾਬਾ ਰਾਜਾ ਜੈ ਸਿੰਘ ਨੂੰ ਕਿਹਾ। ਰਾਜਾ ਜੈ ਸਿੰਘ ਕਛਵਾਏ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, 8ਵੇਂ ਪਾਤਸ਼ਾਹ ਉਹਦੇ ਪ੍ਰੇਮ ਦੇ ਬੰਦੇ ਬੰਗਲਾ ਸਾਹਿਬ ਜਾ, ਉਹਦੇ ਰਾਜੇ ਦੇ ਬੰਗਲੇ 'ਚ ਆਸਣ ਲਾ ਲਿਆ। ਉੱਥੇ ਫਿਰ ਇਹ ਸਾਰਾ ਭਾਣਾ ਵਰਤ ਗਿਆ। ਤੋ ਮਹਾਰਾਜ ਕਹਿੰਦੇ ਆ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਵੀ ਜੇ ਬੁਲਾ ਹੀ ਲਿਆ ਸੀਗਾ ਦਿੱਲੀ ਤੇ ਫਿਰ ਈਰਖਾ ਕਰਨ ਦੀ ਕੀ ਲੋੜ ਸੀ? ਹਾਂਜੀ, ਕਹਾਂ ਬਿਗਾਰ ਕੀਨਪੁਰ ਜਾਇਓ। 8ਵੇਂ ਪਾਤਸ਼ਾਹ ਨੇ ਦਿੱਲੀ 'ਚ ਜਾ ਕੇ ਰਾਮ ਰਾਏ ਦਾ ਕੀ ਵਿਗਾੜ ਦਿੱਤਾ, ਕੀ ਨੁਕਸਾਨ ਕੀਤਾ ਰਾਮ ਰਾਏ ਦਾ? ਵੀ ਰਾਮ ਰਾਏ ਇੱਥੋਂ ਤੱਕ ਤੱਪ ਗਿਆ ਵੀ ਉਹਨੇ ਕਹਿਤਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੀਤਲਾ ਦੇ ਖੱਜ ਬਣਨਗੇ, ਭਾਵ ਸੀਤਲਾ ਨਾਲ ਹੀ ਸਰੀਰ ਛੱਡਣਗੇ। ਐਡਾ ਬਚਨ ਮਹਾਰਾਜ ਨੂੰ ਛੱਡਿਆ ਉਹਨੇ। ਉਹਨੂੰ ਕੀ ਲੋੜ ਸੀ ਏਦਾਂ ਕਰਨ ਦੀ? ਹਾਂਜੀ, ਜਿਸ ਤੇ ਸ਼੍ਰੀ ਹਰਿਕ੍ਰਿਸ਼ਨ ਕੇ ਸੰਗ। ਕਹਿੰਦੇ ਦੇਖੋ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਇੰਨਾ ਵਿਰੋਧ ਬਾਬੇ ਰਾਮ ਰਾਏ ਨੇ ਆਪਣੇ ਸੱਕੇ ਭਰਾ ਦਾ, ਮਾਂ ਜਾਏ ਦਾ, ਪਿਓ ਜਾਏ ਦਾ ਇਦਾਂ ਕਿਉਂ ਕੀਤਾ ਹੈ? ਰਚਿਓ ਵਿਰੋਧ ਸਸਰਾਪ ਨਿਸੰਗ। ਇੱਥੋਂ ਤੱਕ ਵੀ ਮਰਨ ਤੱਕ ਦਾ ਵੀ ਖਤਮ ਹੀ ਹੋ ਜਾਣਗੇ, ਚੜਾਈ ਕਰ ਜਾਣਗੇ, ਸਰਾਪ ਦੇ ਦੇਣਾ। ਇਹ ਤਾਂ ਬਹੁਤ ਮਾੜਾ ਕੀਤਾ ਹੈ। ਸੁਨ ਗੁਰ ਬਖਸ਼ ਬ੍ਰਿਤਾਂਤ ਸੁਨਾਇਓ। ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਇਹ ਗੱਲ ਜਦੋਂ ਯਾਦ ਆਈ, ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛੀ, ਤਾਂ ਉਸ ਵੇਲੇ ਭਾਈ ਗੁਰਬਖਸ਼ ਹੱਥ ਜੋੜ ਕੇ ਕਹਿੰਦਾ ਹੈ, ਗੁਰਤਾ ਗੁਰ ਕੀ ਪਿਖ ਤਪਤਾਇਓ। ਇਹ ਸਤਿਗੁਰੂ ਜੀ ਅਸਲ 'ਚ ਬਾਬਾ ਰਾਮ ਰਾਏ ਜੀ ਕੋਲੋਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਤਾਪ ਹੀ ਨਹੀਂ ਜਰਿਆ ਗਿਆ। ਉਹਨਾਂ ਦਾ ਜਦੋਂ ਦਿੱਲੀ ਪਹੁੰਚੇ ਤੇ ਲੱਖਾਂ ਸੰਗਤਾਂ ਉਹਨਾਂ ਦੇ ਚਰਨਾਂ ਦੇ ਆ ਨਿਸ਼ਾਵਰ ਹੋਈਆਂ। ਉਹਨਾਂ ਦੇ ਸਾਹਮਣੇ ਬਾਬਾ ਰਾਮ ਰਾਏ ਜੀ ਬੌਣੇ ਜੇ ਹੋ ਗਏ। ਉਸ ਗੱਲ ਦੀ ਤਪਸ਼ ਦੇ ਨਾਲ ਉਹਨਾਂ ਨੇ ਸਰਾਪ ਦਿੱਤਾ ਸੀ। ਕਹਿ ਬੁਲਵਾਏ ਆਸ਼ਾ ਏਵ। ਤੇ ਉਹਨਾਂ ਦਾ ਅਸਲ ਵਿੱਚ ਉਹਨਾਂ ਨੂੰ ਬੁਲਾਉਣ ਦਾ ਵੀ ਆਸ਼ਾ ਇਹ ਸੀ, ਮਿਲਹਿ ਨ ਤੁਰਕ ਸਾਥ ਗੁਰਦੇਵ। ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣਗੇ, ਕਿਉਂਕਿ ਮਹਾਰਾਜ ਦਾ ਪਰਨ ਸੀ ਵੀ ਪਾਪੀ ਬੰਦੇ ਦੇ ਨਾਂ ਸੀ ਦਰਸ਼ਨ ਕਰਨੇ ਆ ਤੇ ਨਾ ਦਰਸ਼ਨ ਦੇਣੇ। ਤੇ 8ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ। 2 ਸਾਲ ਦਿੱਲੀ ਰਹੇ ਲਗਭਗ ਮਹਾਰਾਜ, ਨਾ ਉਹਦੇ ਮੱਥੇ ਲੱਗੇ ਨਾ ਉਹਨੂੰ ਮੱਥੇ ਲਾਉਣ ਦਾ ਹੁਕਮ ਦਿੱਤਾ। ਤੇ ਜੋਤੀ ਜੋ ਸਮਾ ਗਏ ਤੇ ਔਰੰਗਜ਼ੇਬ ਮਹਾਰਾਜ ਦਾ ਸਰੀਰ ਦੇਖਣ ਆਇਆ ਸੀ। ਸਰੀਰ ਵੀ ਅਲੋਪ ਕਰ ਰਿਹਾ, ਸਰੀਰ ਦੇ ਵੀ ਗੁਰੂ ਸਾਹਿਬ ਨੇ ਉਹਨੂੰ ਦਰਸ਼ਨ ਨਹੀਂ ਦਿੱਤੇ ਔਰੰਗਜ਼ੇਬ। ਤੋ ਗੁਰੂ ਹਰਕ੍ਰਿਸ਼ਨ ਸਾਹਿਬ ਬਾਦਸ਼ਾਹ ਮਜਬੂਰ ਕਰੇਗਾ ਤੇ ਉਹ ਨਹੀਂ ਮਿਲਣਗੇ। ਮੈਂ ਕਹਾਂਗਾ ਜੀ ਤੁਹਾਨੂੰ ਮਿਲ ਕੇ ਰਾਜੀ ਨਹੀਂ, ਮੈਂ ਹੋਰ ਕੰਨ ਭਰਾਂਗਾ। ਇਦਾਂ ਦੀਆਂ ਸਾਜ਼ਿਸ਼ਾਂ ਰਾਮ ਰਾਏ ਨੇ ਸੋਚੀਆਂ। ਜਾਹੇ ਪਲਾਏ ਕੇ ਜੰਗਲ ਦੇਸ਼। ਪਹਿਲਾਂ ਤਾਂ ਬਾਬੇ ਰਾਮ ਰਾਏ ਨੇ ਸੋਚਿਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਤੋਂ ਆਇਆ ਸੱਦਾ ਸੁਣ ਕੇ ਡਰ ਜਾਣਗੇ ਤੇ ਕਿਸੇ ਜੰਗਲ ਨੂੰ ਦੇਸ਼ ਨੂੰ ਕੀਰਤਪੁਰ ਛੱਡ ਜਾਣਗੇ, ਮਾਲਵੇ ਵੱਲ ਭੱਜ ਜਾਣਗੇ। ਫਿਰ ਅਸੀਂ ਕਹਾਂਗੇ ਵੀ ਉਹ ਤਾਂ ਡਰ ਕੇ ਚਲੇ ਗਏ ਨੇ, ਉਹਨਾਂ ਕੋਲ ਕੋਈ ਸ਼ਕਤੀ ਨਹੀਂ। ਪਹਿਲੀ ਤਾਂ ਇਹ ਸੀ।
ਜੇ ਦਿੱਲੀ ਆ ਗਏ ਫਿਰ ਕੋਈ ਨਵੀਂ ਸਾਜ਼ਿਸ਼ ਕਰਾਂਗੇ। ਇੱਥੋਂ ਇਹ ਬਾਬੇ ਰਾਮ ਰਾਏ ਨੇ ਸਾਰੀ ਪਲੈਨਿੰਗ ਨਾਲ ਕੀਤਾ ਸੀ। ਮਿਲ ਹੈ ਜੇ ਟੂਟ ਹੈ ਪ੍ਰਣ ਸੋ ਵਿਸ਼ੇਸ਼। ਜੇ ਬਾਦਸ਼ਾਹ ਔਰੰਗਜ਼ੇਬ ਨੂੰ ਆ ਕੇ ਮਿਲਣਗੇ ਤੇ ਜਿਹੜਾ ਪਰਨ ਕੀਤਾ ਹੋਇਆ ਵੀ ਅਸੀਂ ਉਹਨੂੰ ਨਹੀਂ ਮਿਲਣਾ, ਉਹ ਪਰਨ ਟੁੱਟ ਜਾਏਗਾ ਉਹਨਾਂ ਦਾ। ਇਹ ਸਾਰੀਆਂ ਗੱਲਾਂ ਰਾਮ ਰਾਏ ਨੇ ਸੋਚੀਆਂ ਸਨ। ਬਹੁਰ ਸਿਖਾਇਓ ਅਜ਼ਮਤ ਹੇਰ ਹੈ। ਫਿਰ ਔਰੰਗਜ਼ੇਬ ਨੂੰ ਇਹ ਸਿਖਾ ਦਿੱਤਾ ਵੀ ਕਰਾਮਾਤ ਦੇਖਣੀ ਤੇ ਮੇਰੇ ਭਰਾ ਦੀ ਦੇਖੋ। ਬਾਰ ਬਾਰ ਇਸ ਹੀ ਹਿਤ ਪ੍ਰੇਰ ਹੈ। ਬਾਰ ਬਾਰ ਇਸ ਗੱਲ ਲਈ ਰਾਮ ਰਾਏ ਬਾਬਾ ਔਰੰਗਜ਼ੇਬ ਨੂੰ ਪ੍ਰੇਰਦਾ ਸੀ ਵੀ ਕਰਾਮਾਤ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਦੇਖੋ। ਸ਼੍ਰੀ ਹਰਿ ਕ੍ਰਿਸ਼ਨ ਸੋ ਪਹੁੰਚੇ ਜਬ। ਜਦੋਂ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨਹੀਂ ਡਰੇ, ਉਹਨਾਂ ਨੂੰ ਕੀ ਡਰ ਸੀ, ਉਹ ਤਾਂ ਪਰਮੇਸ਼ਰ ਸੀਗੇ, ਉਹ ਦਿੱਲੀ ਜਾ ਪਹੁੰਚੇ। ਤਿਸ ਤੇ ਮਹਿਮਾ ਅਦ ਕੀ ਤਬ। ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਿਮਾ ਬਹੁਤ ਵੱਧ ਗਈ। ਤੁਰਕੇਸ਼ਵਰ ਸੋ ਮਿਲੇ ਨਾ ਜਾਏ। ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਔਰੰਗਜ਼ੇਬ ਨੂੰ ਨਹੀਂ ਮਿਲੇ। ਬਾਦਸ਼ਾਹ ਤਰਲੇ ਕੱਢਦਾ ਰਿਹਾ, ਮੈਨੂੰ ਦਰਸ਼ਨ ਦਿਓ। ਮਹਾਰਾਜ ਕਹਿੰਦੇ ਨਾ ਭਾਈ, ਸਾਡੇ ਦਰਸ਼ਨ ਕਰਕੇ ਕੀ ਲੈਣਾ, ਗੁਰਬਾਣੀ ਪੜ੍ਹ ਲੈ। ਸ਼ਬਦ ਲਿਖ ਕੇ ਭੇਜਦਾ ਮਹਾਰਾਜ ਸੱਚੇ ਪਾਤਸ਼ਾਹ ਨੇ। ਗੁਰੂ ਨਾਨਕ ਸਾਹਿਬ ਦਾ ਬਾਣੀ ਦਾ ਸ਼ਬਦ ਲਿਖ ਕੇ ਔਰੰਗਜ਼ੇਬ ਨੂੰ ਭੇਜਦਾ, ਇਹ ਪੜ੍ਹ ਲੈ, ਅਸੀਂ ਨਹੀਂ ਤੈਨੂੰ ਦਰਸ਼ਨ ਦੇਣੇ, ਨਾ ਤੇਰੇ ਦਰਸ਼ਨ ਕਰਨੇ। ਐਡੀ ਦਲੇਰੀ ਇੱਕ ਬਾਦਸ਼ਾਹ ਨੂੰ ਕਹਿ ਦੇਣਾ ਵੀ ਨਹੀਂ ਤੇਰੇ ਮੱਥੇ ਲੱਗਣਾ, ਇਹ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਕਰ ਸਕਦੇ ਆ। ਹਾਂਜੀ, ਇਤਿਆਦਿਕ ਭਿਖ ਰਿਸ ਉਪਜਾਏ। ਇਸ ਤਰ੍ਹਾਂ ਦੀਆਂ ਗੱਲਾਂ ਵੀ ਬਾਦਸ਼ਾਹ ਦੇ ਮਨ 'ਚ ਗੁੱਸਾ ਪੈਦਾ ਕਰਾਂਗੇ। ਰਾਮ ਰਾਏ ਨੇ ਸਾਰਾ ਕੁਝ ਕੀਤਾ। ਅਪਰ ਨਾ ਬਸ ਕੁਛ ਚਲਿਓ ਅਗਾਰੇ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਰਾਮ ਰਾਏ ਦੀ ਕੋਈ ਪੇਸ਼ ਨਹੀਂ ਚੱਲ ਗਈ, ਕੋਈ ਵਸ ਨਹੀਂ ਚੱਲਿਆ। ਸਰਾਪ ਸੀਤਲਾ ਕੇਰ ਉਚਾਰੇ। ਅਖੀਰ ਉਹਨੇ ਇਹ ਸਰਾਪ ਦੇਤਾ ਵੀ ਸੀਤਲਾ ਦੇ ਨਾਲ ਇਹ ਸਰੀਰ ਛੱਡ ਜਾਣਗੇ, ਚੇਚਕ ਦੇ ਨਾਲ। ਹਰਖ ਨਾ ਸ਼ੋਕ ਗੁਰੂ ਕੋ ਹੋਇਓ। ਉਹਦਾ ਸਰਾਪ ਸੁਣ ਕੇ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕੋਈ ਦੁੱਖ ਨਹੀਂ ਹੋਇਆ। ਉਦਾਂ ਹੀ ਮੁਸਕਰਾਉਂਦੇ ਰਹੇ, ਉਦਾਂ ਹੀ ਉਹਨਾਂ ਨੇ ਖੁਸ਼ੀ ਖੁਸ਼ੀ ਆਪਣਾ ਇਹ ਸੋਚ ਕੇ ਬਈ ਇਹ ਸਾਡੇ ਭਰਾ ਦਾ ਨਹੀਂ, ਇਹ ਸਾਡੇ ਪਿਤਾ ਦਾ ਬਚਨ ਹੈ ਵੀ ਰਾਮ ਰਾਏ ਜੋ ਤੂੰ ਕਹੇਗਾ ਹੋ ਜਾਏਗਾ, ਤੇ ਅਸੀਂ ਇਹ ਵਚਨ ਖਾਲੀ ਨਹੀਂ ਜਾਣ ਦੇਣਾ, ਤੇ ਆਪਣੇ ਤੇ ਲੈ ਲਿਆ। ਹਾਂਜੀ, ਹੋਣ ਹਾਰ ਕੋਹਨੀ ਕੇ ਜੋਇਓ। ਵੀ ਹੋਣੀ ਏਦਾਂ ਬਣਨੀ, ਏਦਾਂ ਸਰੀਰ ਛੱਡਣਾ ਹੀ ਛੱਡਣਾ, 100 ਸਾਲ ਬਾਅਦ ਵੀ ਛੱਡਣਾ, ਹੁਣੇ ਛੱਡ ਦਿੰਦੇ। ਗੁਰੂ ਸਾਹਿਬ ਨੇ ਚੋਲਾ ਤਿਆਗ ਦਿੱਤਾ ਪੌਣੇ 8 ਸਾਲ ਦੀ ਉਮਰ ਦੇ ਵਿੱਚ। ਤਿਸ ਕਾਰਨ ਤੇ ਤਜਿਓ ਸ਼ਰੀਰ। ਇਸ ਕਾਰਨ ਕਰਕੇ ਜੋਤੀ ਜੋ ਸਮਾ ਗਏ ਮਹਾਰਾਜ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਸ਼੍ਰੀ ਹਰਿ ਕ੍ਰਿਸ਼ਨ ਮਹਾਮਤ ਧੀਰ। ਮਹਾਮਤ ਧੀਰ ਗੁਰੂ ਨਾਨਕ ਦੀ ਜੋਤ ਸੀ, ਕਾਲ ਪੁਰਖ ਦੀ। ਬਹੁਤ ਬੇਅੰਤ ਵੱਡੇ ਵੱਡੇ ਕੌਤਕ ਕੀਤੇ। ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾਤੇ। ਗੂੰਗੇ ਤੋਂ ਪੰਜੋਖਰਾ ਸਾਹਿਬ ਗੂੰਗੇ ਤੋਂ ਗੀਤਾ ਦੇ ਅਰਥ ਕਰਾਏ ਮਹਾਰਾਜ। ਇੰਨੀਆਂ ਪਾਵਰਾਂ ਦੇ ਮਾਲਕ ਸਤਿਗੁਰੂ ਪਰਮੇਸ਼ਰ ਦਾ ਰੂਪ ਸਨ। ਕੇਤਕ ਤਿਨ ਕੀਨੇ ਉਤਪਾਤ। ਰਾਮ ਰਾਏ ਨੇ ਬੜੇ ਉਤਪਾਤ ਕੀਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਖਿਲਾਫ। ਅਜਹੋ ਨਾ ਬੈਠਤ ਚਿਤ ਕਰ ਸ਼ਾਂਤ। ਮਸੰਦ ਭਾਈ ਗੁਰਬਖਸ਼ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੱਸ ਰਿਹਾ ਹੈ, ਕਹਿੰਦਾ ਮਹਾਰਾਜ ਜੀ ਕਿਹੜਾ ਰਾਮ ਰਾਏ ਟਿਕ ਕੇ ਬੈਠਾ, ਹੁਣ ਤੁਹਾਡੇ ਖਿਲਾਫ ਵੀ ਸਾਜ਼ਿਸ਼ਾਂ ਘੜ ਰਿਹਾ ਹੈ। ਏਕ ਦਿਵਸ ਰਾਵਰ ਕੀ ਗਾਥਾ। ਇੱਕ ਦਿਨ ਤੁਹਾਡੀ ਕਹਾਣੀ ਵੀ ਚਲਾਈ ਔਰੰਗਜ਼ੇਬ ਦੀ ਕਚਹਿਰੀ, ਜਿਵੇਂ 8ਵੇਂ ਪਾਤਸ਼ਾਹ ਦੀ ਚਲਾਈ ਸੀ। ਕਹਿਤ ਭਇਓ ਤੁਰਕੇਸ਼ਵਰ ਸਾਥਾ। ਔਰੰਗਜ਼ੇਬ ਦੇ ਕੰਨ ਭਰ ਰਿਹਾ ਹੈ ਤੁਹਾਡੇ ਖਿਲਾਫ। ਗੁਰੂ ਭਏ ਅਬ ਤਿਨਹੋ ਹਕਾਰੋ। ਇਹ ਕਹਿ ਰਿਹਾ ਸੀ ਰਾਮ ਰਾਏ ਕਿ ਬਾਦਸ਼ਾਹ ਸਲਾਮਤ, ਹੁਣ ਸਾਡਾ ਦਾਦਾ, ਸਾਡੇ ਦਾਦੇ ਦਾ ਭਰਾ ਹੈ, ਉਹ ਗੁਰੂ ਬਣ ਗਿਆ, ਉਹਨੂੰ ਬੁਲਾਓ, ਉਹਦੀ ਕਰਾਮਾਤ ਵੇਖੋ। ਅਜ਼ਮਤ ਨਾਨਾ ਬਿਦਨ ਨਿਹਾਰੋ। ਉਹ ਵੀ ਗੁਰੂ ਨਾਨਕ ਦੀ ਗੱਦੀ ਤੇ ਹੈ, ਤੇ ਉਹਦੀ ਕਰਾਮਾਤ ਵੇਖ ਲਓ। ਸ਼ਾਹੋ ਨਹੀਂ ਮਾਨੀ ਕੁਛ ਬਾਤ। ਪਰ ਰਾਮ ਰਾਏ ਦੀ ਗੱਲ ਬਾਦਸ਼ਾਹ ਨੇ ਕੋਈ ਧਿਆਨ ਨਹੀਂ ਦਿੱਤਾ, ਨਹੀਂ ਮੰਨੀ। ਚਹਤ ਆਪ ਸੋ ਵੀ ਉਤਪਾਤ। ਪਰ ਰਾਮ ਰਾਏ ਟਲਣ ਵਾਲਾ ਕੋਈ ਨਹੀਂ, ਤੁਹਾਡੇ ਨਾਲ ਕੋਈ ਨਾ ਕੋਈ ਛੇੜ ਕੇ ਰੱਖੇਗਾ, ਉਤਪਾਤ ਕਰੇਗਾ। ਕਹਾਂ ਕਰਹਿਗੋ ਤੁਮਰੋ ਸੋਏ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਕੀ ਵਿਗਾੜ ਸਕਦਾ?
ਜੇ ਕੋਈ ਟਟਹਿਣਾ ਸੂਰਜ ਦੀ ਰੀਸ ਕਰੇ ਨਹੀਂ ਕਰ ਸਕਦਾ। ਕਿਮ ਸਮਸਰਤਾ ਪ੍ਰਾਪਤ ਹੋਏ। ਆਪ ਜੀ ਦੀ ਬਰਾਬਰੀ ਨਹੀਂ ਕਰ ਸਕਦਾ RAM ਰਾਏ। ਗੁਰਤਾ ਨਹੀਂ ਹਾਥ ਕਿਮ ਆਵੈ। ਜਿੰਨੀਆਂ ਮਰਜ਼ੀ ਸਾਸਾਂ ਕਰ ਲੈ RAM ਰਾਏ ਨੂੰ ਗੁਰਤਾ ਗੱਦੀ ਨਹੀਂ ਮਿਲ ਸਕਦੀ। ਜਤਨ ਅਨੇਕ ਸੋ ਨਿਹਫਲ ਜਾਵੈ। ਜਿੰਨੇ ਜਤਨ ਮਰਜ਼ੀ ਕਰੇ ਸਾਰੇ ਨਿਸਫਲ ਜਾਣਗੇ। ਇਤਿਆਦਿਕ ਸਭ ਬਾਤ ਸੁਨਾਈ। ਏਦਾਂ ਦਿੱਲੀ ਦੇ ਸਿੱਖਾਂ ਨੇ ਖਾਸ ਭਾਈ ਗੁਰਬਖਸ਼ ਮਸੰਦ ਨੇ ਦਿੱਲੀ ਦਾ ਸਾਰਾ ਵਾਕਿਆ ਜੋ ਹਾਲਾਤ ਸਨ ਦਿੱਲੀ ਦੇ ਉਹ 9ਵੀਂ ਪਾਤਸ਼ਾਹੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਕਹਿ ਦਿੱਤੇ। ਮੁਸਕਾਨੇ ਸੁਨ ਤਬ ਹੈ ਗੁਸਾਈ। ਗੁਰਬਖਸ਼ ਦੀ ਗੱਲ ਸੁਣ ਕੇ ਹੱਸ ਪਏ, ਮੁਸਕਰਾ ਪਏ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ। ਕਹਿੰਦੇ ਜੋ ਕਰਤਾਰ ਕਰੇਗਾ ਹੋਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਨੇਕ ਪ੍ਰਕਾਰ ਦੀ ਕਥਾ ਹੁਣ ਸ਼ੁਰੂ ਹੋਣੀ ਹੈ। ਤੀਰਥਾਂ ਦੇ ਚਰਨ ਪਾਉਣੇ ਨੇ। ਰਾਜੇ ਦੇ ਨਾਲ ਬੰਗਲਾਦੇਸ਼ ਵੱਲ ਜਾਣਾ ਹੈ। ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ ਨਾ ਮੁਰਪਿਤ ਪੂਰਬ ਕੀ ਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਦ ਤਿਰਵੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ। ਉਹ ਲੜੀ ਚੱਲਣੀ ਆ ਸਾਧ ਸੰਗਤ ਦੀ। ਹੁਣ ਕਥਾ ਰਸਤੇ 'ਚ ਕਿੱਥੇ ਕਿੱਥੇ ਗੁਰੂ ਕੇ ਸਿੱਖਾਂ ਨੂੰ ਦਰਸ਼ਨ ਦੇਣੇ ਆ, ਸ਼ੰਕੇ ਦੂਰ ਕਰਨੇ ਆ ਸੰਗਤਾਂ ਦੇ, ਸੰਗਤਾਂ ਦਾ ਕਲਿਆਣ ਕਰਨਾ, ਕਾਜ ਰਾਸ ਕਰਨੇ ਆ। ਹਜ਼ਾਰਾਂ ਲੱਖਾਂ ਸੰਗਤਾਂ ਯੂਪੀ ਬਿਹਾਰ ਬੰਗਲਾਦੇਸ਼ ਤੱਕ ਤਾਰ ਦੇਣੀਆਂ ਨੇ। ਉਹ ਕਥਾ ਹੁਣ ਅੱਗੇ ਲੜੀ ਚੱਲੇਗੀ। ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਪੁਰਾਣ ਸ਼ਰਦਾ ਕਰ ਸੇਵ ਦੇ